ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਜੀਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ। ਬੇਸੁਮਾਰ ਅਥਾਹ ਅਗਨਿਤ ਅਤੁਲ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਮੂਕ ਊਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਇ। ਅੰਧ ਲਖੈ ਬਦਰੋ ਸੁਣੈ ਜਿਉ ਕਾਲ ਕਿਰਪਾ ਕਰਾਇ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ। ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ। ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ। ਅੰਤਰਜਾਮੀ ਗਰੀਬ ਨਵਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਰਹਿਮਤ ਬਖਸ਼ਿਸ਼ ਦੁਆਰਾ ਆਪਾਂ ਸਰਬੱਤਰ ਗੁਰਸਿੱਖ ਮਾਈ ਭਾਈ ਸੰਗਤ ਰੂਪ ਦੇ ਵਿੱਚ
ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਗੁਰਬਾਣੀ ਸਰੂਪ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸ਼ਾਮ ਦੇ ਸੁੰਦਰ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਹਾਂ। ਹੁਣੇ ਹੀ ਆਪ ਜੀ ਨੇ ਸਤਿਕਾਰਯੋਗ ਰਾਗੀ ਸਿੰਘ ਸਾਹਿਬਾਨਾਂ ਪਾਸੋਂ ਗੁਰਬਾਣੀ ਦਾ ਹਰ ਜਸ ਕੀਰਤਨ ਸਰਵਣ ਕੀਤਾ ਹੈ ਔਰ ਇਸ ਸਥਾਨ ਤੇ ਜੋ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਵਿਆਖਿਆ ਚੱਲ ਰਹੀ ਹੈ, ਉਸ ਦੇ ਵਿੱਚੋਂ ਆਪਾਂ ਗੌੜੀ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਪਾਵਨ ਸ੍ਰੀ ਸੁਖਮਨੀ ਸਾਹਿਬ ਬਾਣੀ ਦੇ ਅੰਦਰ ਕਥਾ ਚੱਲ ਰਹੀ ਹੈ। 20 ਅਸ਼ਟਪਦੀਆਂ ਤੱਕ ਪਿੱਛੇ ਕਥਾ ਸੰਪੂਰਨ ਹੋਈ ਹੈ। ਅੱਜ 21ਵੀਂ ਅਸ਼ਟਪਦੀ ਆਰੰਭ ਹੋ ਰਹੀ ਹੈ। ਸ਼ਲੋਕ ਦਾ ਪਾਠ ਆਪਾਂ ਸਰਵਣ ਕੀਤਾ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਪਾਵਨ ਗੁਰਬਾਣੀ ਦੇ ਅੰਦਰ, ਜਿਸ ਦੇ 24 ਸ਼ਲੋਕ 24 ਅਸ਼ਟਪਦੀਆਂ ਔਰ ਇਸੇ ਪ੍ਰਕਾਰ ਪੁਰਾਤਨ ਸਮੇਂ ਤੋਂ ਜਿਹੜੇ ਰੱਬ ਦੀ ਕਮਾਈ ਵਾਲੇ ਸਾਧੂ ਸੰਤ ਮਹਾਂਪੁਰਸ਼, ਜਿਨ੍ਹਾਂ ਨੇ ਘਾਲਣਾ ਕਮਾਈ ਕੀਤੀ ਹੈ, ਜਿਨ੍ਹਾਂ ਦਾ ਇਹ ਮੰਨਣਾ ਹੈ ਕਿ ਜਿਹੜਾ ਇਸ ਪਾਵਨ ਗੁਰਬਾਣੀ ਦਾ ਪਾਠ ਜਾਪ ਕਰ ਲੈਂਦਾ ਹੈ ਤੇ ਇਨਸਾਨ ਸਮੁੱਚੇ 24 ਘੰਟਿਆਂ ਦੇ ਵਿੱਚ 24,000 ਸਵਾਸ ਕਹਿੰਦੇ ਲੈ ਲੈਂਦਾ ਹੈ ਔਰ ਇਹਨਾਂ ਸਾਰੇ ਹੀ ਸਵਾਸਾਂ ਦੀ ਸਫਲਤਾ ਸਤਿਗੁਰੂ ਜੀ ਕਹਿੰਦੇ ਜੇ ਕੋਈ ਇਸ ਪਾਵਨ ਬਾਣੀ ਦਾ ਪਾਠ ਜਾਪ ਕਰ ਲਵੇ ਤੇ ਉਸ ਦਾ ਇਹ ਸਾਰਾ ਦਿਨ ਜਿਹੜਾ ਹੈ ਉਹ ਸਫਲਿਆ ਸਮਝਿਆ ਜਾਂਦਾ ਹੈ। ਏਡਾ ਪਾਵਨ ਪਵਿੱਤਰ ਮਹੱਤਮ ਇਸ ਪਾਵਨ ਗੁਰਬਾਣੀ ਦਾ ਹੈ। ਇਸ ਕਰਕੇ ਇਸ ਪਾਵਨ ਸੁਖਮਨੀ ਸਾਹਿਬ ਦੇ ਅੰਦਰ ਪਹਿਲੀ ਅਸ਼ਟਪਦੀ ਦੇ ਅੰਦਰ ਸਤਿਗੁਰਾਂ ਨੇ ਪ੍ਰਭੂ ਪਰਮੇਸ਼ਰ ਦੇ ਸਿਮਰਨ ਦਾ ਮਹੱਤਮ ਦੱਸਿਆ ਹੈ। ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਇਸੇ ਪ੍ਰਕਾਰ ਦੂਸਰੀ ਅਸ਼ਟਪਦੀ ਦੇ ਅੰਦਰ ਨਾਮ ਦੁਆਰਾ ਸਾਡੀ ਰੱਖਿਆ ਕਿਵੇਂ ਹੁੰਦੀ ਹੈ। ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਇਸੇ ਪ੍ਰਕਾਰ ਹੀ ਤੀਸਰੀ ਅਸ਼ਟਪਦੀ ਦੇ ਅੰਦਰ ਸਤਿਗੁਰਾਂ ਨੇ ਨਾਮ ਦੀ ਅਮੋਲਕਤਾ ਦਾ ਜ਼ਿਕਰ ਕੀਤਾ ਹੈ। ਪੂਜਸ ਨਾਹੀ ਹਰ ਹਰੇ। ਇਹ ਨਾਮ ਦੇ ਤੁੱਲ ਚਾਹੇ ਆਪਾਂ ਜਿੰਨੇ ਸਾਧਨ ਕਰ ਲਈਏ, ਯੋਗ ਤਪ ਸਮਾਧੀਆਂ ਲਾ ਲਈਏ, ਤਰ੍ਹਾਂ ਤਰ੍ਹਾਂ ਦੇ ਆਸਣ ਲਾ ਲਈਏ, ਪਰ ਨਾਮ ਦੀ ਮਹਿਮਾ ਦੇ ਬਰਾਬਰ ਇਹ ਸਾਧਨ ਜਿਹੜੇ ਹਨ ਪੂਰੇ ਨਹੀਂ ਪਹੁੰਚਦੇ। ਨਾਮ ਦੀ ਮਹਿਮਾ ਬੇਅੰਤ ਹੈ। ਇਸੇ ਪ੍ਰਕਾਰ ਸਤਿਗੁਰਾਂ ਨੇ ਵੱਖੋ ਵੱਖਰੀਆਂ ਅਸ਼ਟਪਦੀਆਂ ਦੇ ਅੰਦਰ ਅੱਗੇ ਜਾ ਕੇ ਸਾਧੂ ਦੇ ਲੱਛਣ ਦੱਸੇ ਹਨ, ਬ੍ਰਹਮ ਗਿਆਨੀ ਦੇ ਲੱਛਣ ਦੱਸੇ ਹਨ। ਇਸੇ ਪ੍ਰਕਾਰ ਕਰੋੜਾਂ ਰੂਪ ਦੇ ਵਿੱਚ ਜੋ ਰਚਨਾ ਹੋ ਰਹੀ ਉਸ ਦਾ ਜ਼ਿਕਰ ਕੀਤਾ ਹੈ। ਸੋ ਇਸ ਪ੍ਰਕਾਰ ਅੱਜ ਦੀ ਜੋ ਅਸ਼ਟਪਦੀ ਆਰੰਭ ਹੋ ਰਹੀ ਹੈ, ਸ਼ਲੋਕ ਦਾ ਪਾਠ ਆਪਾਂ ਸਰਵਣ ਕੀਤਾ ਹੈ। ਇਸ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਦੇ ਸਰੂਪ ਬਾਰੇ ਬਿਆਨ ਕਰਦੇ ਹਨ। ਸਤਿਗੁਰੂ ਜੀ ਬਚਨ ਕਰਦੇ ਹਨ, ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ। ਇੱਥੇ 4 ਸ਼ਬਦ ਆ ਗਏ ਹਨ, ਸਰਗੁਣ, ਨਿਰਗੁਣ, ਨਿਰੰਕਾਰ ਤੇ ਸੁਨ ਸਮਾਧੀ। ਨਿਰੰਕਾਰ ਜੋ ਆਕਾਰ ਤੋਂ ਰਹਿਤ ਹੈ, ਉਹ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਹੈ ਔਰ ਉਹ ਆਪਣੀ ਜਿਹੜੀ ਸੁੰਨ ਸਮਾਧੀ ਦੀ ਅਵਸਥਾ ਹੈ, ਜਦੋਂ ਇਹ ਸੰਸਾਰ ਦੀ ਰਚਨਾ ਨਹੀਂ ਹੈ, ਜਦੋਂ ਇਹ ਚੰਦ ਸੂਰਜ ਤਾਰੇ ਆਦਿਕ ਨਹੀਂ ਸਨ, ਉਹ ਉਹਦੀ ਸੁੰਨ ਸਮਾਧੀ ਦੀ ਅਵਸਥਾ ਹੈ ਜੋ ਸਤਿਗੁਰਾਂ ਨੇ ਪਾਵਨ ਬਾਣੀ ਦੇ ਅੰਦਰ ਦਰਸਾਈ ਹੈ। ਅਰਬਦ ਨਰਬਦ ਧੁੰਦੂ ਕਾਰਾ
ਧਰਨ ਨ ਗਗਨ ਹੁਕਮ ਅਪਾਰਾ। ਨਾ ਦਿਨ ਰੈਣ ਚੰਦ ਨਾ ਸੂਰਜ ਸੁੰਨ ਸਮਾਧ ਲਗਾਏਂਦਾ। ਉਹ ਜਿਹੜੀ ਸੁੰਨ ਸਮਾਧੀ ਦੀ ਅਵਸਥਾ ਹੈ, ਉਸੇ ਦੇ ਵਿੱਚੋਂ ਹੀ ਉਹ ਪਰਮੇਸ਼ਰ ਵਾਹਿਗੁਰੂ ਜਦੋਂ ਇੱਕ ਤੋਂ ਅਨੇਕ ਹੋਣ ਦਾ ਫੁਰਨਾ ਉਠਾਉਂਦਾ ਹੈ, ਜਦੋਂ ਉਹਦੀ ਇਹ ਇੱਛਾ ਬਣਦੀ ਹੈ ਕਿ ਇੱਕ ਤੋਂ ਮੈਂ ਅਨੇਕਾਂ ਰੂਪ ਹੋ ਜਾਵਾਂ, ਫਿਰ ਹੀ ਇਹ ਸੰਸਾਰ ਜਿਹੜਾ ਹੋਂਦ ਦੇ ਵਿੱਚ ਆਉਂਦਾ ਹੈ। ਔਰ ਇਹ ਸੰਸਾਰ ਸਰਗੁਣ ਤੇ ਨਿਰਗੁਣ। ਸਰਗੁਣ ਕੀ ਹੈ? ਜੋ ਤਿੰਨਾਂ ਗੁਣਾਂ ਦੇ ਸਹਿਤ, ਮਾਇਆ ਦੇ ਸਹਿਤ ਹੋ ਕੇ ਜੋ ਇਹ ਸੰਸਾਰ ਆਪਾਂ ਨੂੰ ਦਿਸਦਾ ਹੈ, ਜਿਸ ਦੇ ਵਿੱਚ ਰਜੋਗੁਣੀ, ਤਮੋਗੁਣੀ, ਸਤੋਗੁਣੀ ਇਹ ਤਿੰਨ ਪ੍ਰਕਾਰ ਦੀ ਰਚਨਾ ਹੈ, ਜਿਸ ਦਾ ਜ਼ਿਕਰ ਸਤਿਗੁਰਾਂ ਨੇ ਜਪਜੀ ਸਾਹਿਬ ਬਾਣੀ ਦੇ ਅੰਦਰ ਵੀ ਕੀਤਾ ਹੈ। ਜਦੋਂ ਆਪਾਂ ਪੌੜੀਆਂ ਪੜ੍ਹਦੇ ਹਾਂ, ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ। ਇਸ ਪੌੜੀ ਦੇ ਅੰਦਰ ਦੋ ਪ੍ਰਕਾਰ ਦੀ ਸ੍ਰਿਸ਼ਟੀ ਦਾ ਜ਼ਿਕਰ ਆਇਆ ਹੈ, ਇੱਕ ਤੇ ਸਤੋਗੁਣੀ ਤੇ ਰਜੋਗੁਣੀ। ਇਸੇ ਪ੍ਰਕਾਰ ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਇਹ ਤਮੋਗੁਣੀ ਸ੍ਰਿਸ਼ਟੀ ਹੈ। ਸੋ ਸਤਿਗੁਰੂ ਜੀ ਕਹਿੰਦੇ ਹਨ, ਉਹ ਪਰਮੇਸ਼ਰ ਵਾਹਿਗੁਰੂ ਸੁੰਨ ਸਮਾਧ ਰੂਪ ਜੋ ਪਰਮਾਤਮਾ ਹੈ, ਉਸੇ ਨੇ ਹੀ ਇਹ ਤਿੰਨਾਂ ਗੁਣਾਂ ਨੂੰ ਰਚ ਕੇ ਕੀਤਾ ਪਸਾਓ, ਇੱਕੋ ਕਵਾਓ, ਤਿਸਤੇ ਹੋਏ ਲੱਖ ਦਰਿਆ। ਉਹਨੇ ਇੱਕੋ ਸ਼ਬਦ ਦੁਆਰਾ ਹੀ ਓੰਕਾਰ ਸ਼ਬਦ ਜਿਹੜਾ ਹੈ, ਇਹ ਸਤਿਗੁਰੂ ਜੀ ਪਾਵਨ ਬਾਣੀ ਦੇ ਅੰਦਰ ਉਪਦੇਸ਼ ਕਰਦੇ ਹਨ ਕਿ ਜਿੱਥੋਂ ਉਸ ਨੇ ਸਾਰੇ ਪਸਾਰੇ ਨੂੰ ਰਚਿਆ ਹੈ। ਕਿਉਂਕਿ ਇਸ ਦੇ ਸੰਬੰਧ ਦੇ ਵਿੱਚ, ਸ੍ਰਿਸ਼ਟੀ ਦੀ ਰਚਨਾ ਦੇ ਸੰਬੰਧ ਦੇ ਵਿੱਚ ਵੱਖੋ ਵੱਖਰੇ ਧਾਰਮਿਕ ਗ੍ਰੰਥਾਂ ਨੇ ਆਪਣੇ ਖਿਆਲ ਦੱਸੇ ਹਨ, ਪਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੋ ਨਿਰਣਾ ਦੱਸਿਆ ਹੈ, ਉਹ ਗੁਰਮਤਿ ਦਾ ਸਿਧਾਂਤ ਹੈ। ਜਦੋਂ ਸਿੱਧਾ ਨੇ ਪੁੱਛਿਆ ਸੀ ਕਿ ਮਹਾਰਾਜ ਇਹ ਰਚਨਾ ਕਿਵੇਂ ਬਣਾਈ ਗਈ ਦੱਸੋ, ਤੇ ਸਤਿਗੁਰੂ ਜੀ ਨੇ ਉੱਥੇ ਇਹ ਜਵਾਬ ਦਿੱਤਾ ਸੀ ਕਿ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ। ਇਸ ਕਰਕੇ ਸਿੱਧੋ ਨਾਥੋ ਜੋ ਇਹ ਸ੍ਰਿਸ਼ਟੀ ਨੂੰ ਰਚਿਆ ਹੈ ਪਰਮੇਸ਼ਰ ਨੇ, ਤੇ ਉਹ ਆਪ ਹੀ ਜਾਣਦਾ ਹੈ। ਦੂਸਰਾ ਹੋਰ ਕੋਈ ਉਹਦੀ ਰਚਨਾ ਨੂੰ ਕਿਵੇਂ ਬਣਾਈ, ਕਿਵੇਂ ਇਹ ਮਨੁੱਖ ਬਣ ਗਿਆ, ਕਿਵੇਂ ਰਚਨਾ ਬਣ ਗਈ, ਕਿਵੇਂ ਇਹ ਚੰਦ ਸੂਰਜ ਤਾਰੇ ਧਰਤੀ ਆਦਿਕ ਬਣ ਗਏ, ਇਹ ਕਪੋਲ ਕਲਪਨਾ ਕੀਤੀ ਜਾ ਸਕਦੀ ਹੈ, ਆਪਣੇ ਮਨ ਦੇ ਖਿਆਲ ਤੇ ਹੋ ਸਕਦੇ ਅਜੀਬ ਦੇ, ਪਰ ਜੇ ਕੋਈ ਕਹੇ ਵੀ ਇਹ ਸਹੀ ਹੈ, ਇਹ ਨਹੀਂ ਮੰਨਿਆ ਜਾ ਸਕਦਾ, ਇਹ ਤੇ ਪਰਮੇਸ਼ਰ ਹੀ ਜਾਣਦਾ। ਇਸ ਕਰਕੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਪਾਵਨ ਸ਼ਲੋਕ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਸੁੰਨ ਸਮਾਧੀ ਦੇ ਵਿੱਚੋਂ ਕਿਵੇਂ ਇਹ ਸੰਸਾਰ ਨੂੰ ਰਚਦਾ ਹੈ, ਔਰ ਇਸ ਨੂੰ ਰਚ ਕੇ ਫਿਰ ਇਹਦੇ ਤੋਂ ਨਿਰਲੇਪ ਹੈ, ਅਸੰਗ ਹੈ। ਪਹਿਲੀਆਂ 6 ਪੌੜੀਆਂ ਦੇ ਅੰਦਰ, 6 ਪਦਿਆਂ ਦੇ ਅੰਦਰ ਉਸੇ ਸੁੰਨ ਸਮਾਧੀ ਦਾ ਜ਼ਿਕਰ ਕੀਤਾ ਹੈ। ਅਖੀਰਲੀਆਂ 2 ਪੌੜੀਆਂ ਦੇ ਅੰਦਰ ਸ੍ਰਿਸ਼ਟੀ ਕਿਵੇਂ ਰਚੀ ਗਈ, ਉਸ ਦਾ ਜ਼ਿਕਰ ਕੀਤਾ ਹੈ। ਸੋ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਸ ਪ੍ਰਕਾਰ ਵੀ ਇਹ ਪਾਵਨ ਪਵਿੱਤਰ ਉਪਦੇਸ਼ਾਂ ਦੀ ਬਖਸ਼ਿਸ਼ ਕਰ ਰਹੇ ਹਨ, ਸਤਿਗੁਰੂ ਜੀ ਜਿਵੇਂ ਮਤ ਬੁੱਧੀ ਸਮਤ ਬਖਸ਼ਦੇ ਹਨ, ਸਾਰੇ ਹੀ ਪ੍ਰੇਮ ਦੇ ਨਾਲ ਸਰਵਣ ਕਰਨ ਦੇ ਯਤਨ ਕਰੀਏ। ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ। ਸ਼ਲੋਕ ਜਿਹੜਾ ਸ਼ਬਦ ਹੈ, ਇਹ ਛੰਦ ਸ਼ਾਸਤਰ ਦੇ ਮੁਤਾਬਕ ਰੂਪਦੀਪ ਪਿੰਗਲ ਦੇ ਲਿਹਾਜ਼ ਦੇ ਨਾਲ ਇੱਕ ਮਾਤਰਕ ਛੰਦ ਹੈ। ਸਤਿਗੁਰਾਂ ਦੀ ਪਾਵਨ ਗੁਰਬਾਣੀ ਜਿੱਥੇ ਵਿਆਕਰਨ ਦੇ ਨਿਯਮਾਂ ਦੇ ਅਨੁਸਾਰ ਵੀ ਹੈ, ਉੱਥੇ ਜਿਹੜੀ ਕਾਵ ਰਚਨਾ ਹੈ ਉਹਦੇ ਅਨੁਸਾਰ ਵੀ ਰੂਪਦੀਪ ਪਿੰਗਲ ਦੇ ਜੋ ਛੰਦ ਮੰਨੇ ਹਨ, 3 ਪ੍ਰਕਾਰ ਦੇ ਛੰਦ ਵਿਦਵਾਨ ਲੋਕ ਦੱਸਦੇ ਹਨ। ਮਾਤਰਕ ਛੰਦ ਹਨ, ਵਰਣਕ ਛੰਦ ਹਨ, ਗਣਕ ਛੰਦ ਹਨ। ਜਿਨ੍ਹਾਂ ਛੰਦਾਂ ਦੇ ਵਿੱਚ ਮਾਤਰਾ ਦੀ ਗਿਣਤੀ ਹੁੰਦੀ ਹੈ ਉਹ ਮਾਤਰਕ ਨੇ, ਜਿਨ੍ਹਾਂ ਦੇ ਵਿੱਚ ਅੱਖਰਾਂ ਦੀ ਗਿਣਤੀ ਹੁੰਦੀ ਹੈ ਉਹ ਵਰਣਕ ਨੇ, ਜਿਨ੍ਹਾਂ ਦੇ ਵਿੱਚ ਵਜਨ ਤੋਲ ਦੇਖਿਆ ਜਾਂਦਾ ਉਹ ਗਣਕ ਛੰਦ ਹਨ। ਔਰ ਉਸ ਦੇ ਮੁਤਾਬਕ ਇਹ ਸ਼ਲੋਕ ਜਿਹੜਾ ਛੰਦ ਦਾ ਨਾਮ ਹੈ, ਔਰ ਇਹ ਮਾਤਰਕ ਛੰਦ ਹੈ ਜਿਸ ਦੇ ਵਿੱਚ 24 ਮਾਤਰਾ ਹੁੰਦੀਆਂ ਹਨ।
ਅਰਧ ਵਿਸਰਾਮ 13 ਤੇ ਹੈ, ਪੂਰਨ ਵਿਸਰਾਮ 11 ਤੇ ਹੈ। ਰਹੋ ਵਿਚਾਰ। ਇਹ ਸ਼ਲੋਕ ਸਤਿਗੁਰੂ ਜੀ ਉਚਾਰਨ ਕਰਦੇ ਹਨ, ਸਰਗੁਣ ਨਿਰਗੁਣ ਨਿਰੰਕਾਰ। ਸਤਿਗੁਰੂ ਜੀ ਕਹਿੰਦੇ ਜੋ ਨਿਰੰਕਾਰ ਆਕਾਰ ਤੋਂ ਰਹਿਤ ਪਰਮੇਸ਼ਰ ਵਾਹਿਗੁਰੂ ਹੈ, ਸੁੰਨ ਸਮਾਧੀ ਆਪ। ਜਦੋਂ ਉਹ ਸੁੰਨ ਸਮਾਧੀ ਅਵਸਥਾ ਦੇ ਵਿੱਚ ਸੀ, ਉਸੇ ਨੇ ਹੀ ਫਿਰ ਇਹ ਸਰਗੁਣ ਤੇ ਨਿਰਗੁਣ ਰੂਪ ਜਿਹੜੇ ਹਨ, ਇਹ ਸੰਸਾਰ ਤਿੰਨਾਂ ਗੁਣਾਂ ਦੇ ਸਹਿਤ ਹੋ ਕੇ ਮਾਇਆ ਦੀ ਜਿਹੜੀ ਉਸ ਨੂੰ ਪੈਦਾ ਕਰਕੇ ਰਚਿਆ ਹੈ। ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਕਰਦੇ ਹਨ, ਆਪਨ ਕੀਆ। ਉਸ ਪਰਮੇਸ਼ਰ ਵਾਹਿਗੁਰੂ ਨੇ ਆਪ ਹੀ ਇਹ ਕੀਤਾ ਹੈ ਪਸਾਰਾ। ਜੋ ਦਿਸ ਰਿਹਾ ਹੈ ਸਾਨੂੰ, ਜੋ ਬਣਿਆ ਹੈ, ਇਹ ਉਸ ਨੇ ਆਪ ਹੀ ਕੀਤਾ ਹੈ। ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ। ਉਸ ਨੇ ਆਪਣੇ ਆਪੇ ਦਾ ਹੀ ਜਾਪ ਕੀਤਾ। ਆਪਾਂ ਜੋ ਪਰਮੇਸ਼ਰ ਦਾ ਜਾਪ ਕਰਦੇ ਹਾਂ, ਉਹਦਾ ਨਾਮ ਜਪਦੇ ਹਾਂ, ਪਰ ਉਹ ਰੱਬ ਤੇ ਇੱਕ ਹੀ ਹੈ ਨਾ, ਉਹ ਕਿਹਦਾ ਨਾਮ ਜਪ ਉਹ ਸਹਿਭੰਗ ਸਰੂਪ ਹੈ, ਸੁਤੇ ਪ੍ਰਕਾਸ਼ ਹੈ। ਉਸ ਨੂੰ ਕੋਈ ਬਣਾ ਨਹੀਂ ਸਕਦਾ, ਉਸ ਨੂੰ ਕੋਈ ਸਾਜ ਨਹੀਂ ਸਕਦਾ। ਜਪਜੀ ਸਾਹਿਬ ਦੇ ਅੰਦਰ ਜਿਵੇਂ ਜ਼ਿਕਰ ਆਉਂਦਾ ਹੈ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਕਿਉਂਕਿ ਉਹ ਨਿਰੰਜਨ ਹੈ, ਮਾਇਆ ਦੀ ਕਾਲਕ ਤੋਂ ਰਹਿਤ ਹੈ। ਜਿਹੜਾ ਮਾਇਆ ਦੀ ਕਾਲਕ ਤੋਂ ਰਹਿਤ ਹੈ ਉਹ ਸ਼ੁੱਧ ਸਰੂਪ ਹੈ, ਤੇ ਜਿਹੜਾ ਅੱਗੇ ਤੋਂ ਅੱਗੇ ਦੂਜੇ ਤੋਂ ਦੂਜਾ ਬਣ ਰਿਹਾ ਉਹ ਮਾਇਆ ਦੇ ਅਧੀਨ ਹੈ। ਮਾਇਆ ਦਾ ਹੀ ਪਸਾਰਾ ਅੱਗੇ ਤੋਂ ਅੱਗੇ ਫਸਲ ਰਿਹਾ ਹੈ। ਇਸ ਕਰਕੇ ਉਹ ਮਾਇਆ ਤੋਂ ਰਹਿਤ ਹੈ, ਸ਼ੁੱਧ ਸਰੂਪ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਸ ਪਰਮੇਸ਼ਰ ਵਾਹਿਗੁਰੂ ਨੇ ਸੁੰਨ ਸਮਾਧੀ ਅਵਸਥਾ ਦੇ ਵਿੱਚ ਆਪਣਾ ਆਪ ਹੀ ਜਾਪ ਰੂਪ ਕਰਕੇ ਇਹ ਸੰਸਾਰ ਨੂੰ ਰਚਿਆ ਹੈ। ਅਸ਼ਟਪਦੀ। ਅੱਗੇ ਸਤਿਗੁਰੂ ਜੀ 8-8 ਪਦਿਆਂ ਵਾਲੇ ਸ਼ਬਦ ਉਚਾਰਨ ਕਰਦੇ ਹਨ। ਜਬ ਆਕਾਰ ਇਹੋ ਕਛ ਨਾ ਦ੍ਰਿਸ਼ਟੇਤਾ। ਸਤਿਗੁਰੂ ਜੀ ਬਚਨ ਕਰਦੇ ਹਨ ਕਿ ਜਬ ਆਕਾਰ ਇਹੋ ਕਛ ਨਾ ਦ੍ਰਿਸ਼ਟੇਤਾ। ਇਹ ਸਾਰੀ ਅਸ਼ਟਪਦੀ ਦੇ ਅੰਦਰ ਇੱਕ ਪੰਕਤੀ ਦੇ ਨਾਲ ਜਬ ਸ਼ਬਦ ਆਏਗਾ, ਦੂਸਰੀ ਦੇ ਨਾਲ ਤਬ ਆਏਗਾ। ਜਬ ਦਾ ਅਰਥ ਹੈ ਜਦੋਂ ਤੇ ਤਬ ਦਾ ਅਰਥ ਹੈ ਤਦੋਂ। ਜਾਂ ਜਹ ਸ਼ਬਦ ਆਏਗਾ ਤੇ ਤਹ ਆਏਗਾ। ਜਹ ਦਾ ਅਰਥ ਜਿੱਥੇ ਤੇ ਤਹ ਦਾ ਅਰਥ ਤਿੱਥੇ। ਸੋ ਸਤਿਗੁਰੂ ਜੀ ਇੱਥੇ ਕਰਦੇ ਹਨ, ਬਚਨ ਕਰਦੇ ਹਨ, ਜਬ ਜਦੋਂ ਆਕਾਰ ਇਹੋ ਕਛ ਨਾ ਦ੍ਰਿਸ਼ਟੇਤਾ। ਆਕਾਰ ਕੀ ਹੈ? ਜੋ ਕਿਸੇ ਜਗ੍ਹਾ ਨੂੰ ਘੇਰਦਾ ਹੈ, ਜੋ ਕਿਸੇ ਰਚਨਾ ਦੇ ਵਿੱਚ ਆਉਂਦਾ ਹੈ। ਕਛ ਨਾ ਦ੍ਰਿਸ਼ਟੇਤਾ, ਜਦੋਂ ਇਹ ਕੁਛ ਵੀ ਜੋ ਆਪਾਂ ਦੇਖ ਰਹੇ ਹਾਂ ਆਕਾਰ ਬਣਿਆ ਹੋਇਆ ਹੈ, ਰਚਨਾ ਬਣੀ ਹੋਈ ਹੈ, ਆਪੋ ਆਪਣਾ ਥਾਂ ਉਸ ਨੇ ਘੇਰਿਆ ਹੋਇਆ ਹੈ, ਦਿਸ ਰਹੀ ਹੈ। ਜਦੋਂ ਇਹ ਕੁਝ ਵੀ ਨਹੀਂ ਸੀ, ਇਹ ਸ੍ਰਿਸ਼ਟੀ ਹੋਣ ਦੇ ਵਿੱਚ ਹੀ ਨਹੀਂ ਸੀ। ਪਾਪ ਪੁੰਨ ਤਬ ਕਹਤੇ ਹੋਤਾ। ਸਤਿਗੁਰੂ ਜੀ ਕਹਿੰਦੇ ਫਿਰ ਇਹ ਪਾਪ ਪੁੰਨ ਜਿਹੜਾ ਹੈ ਇਹ ਕਿੱਥੋਂ ਹੋਵੇ? ਪਾਪ ਤੇ ਪੁੰਨ ਦੀ ਹੋਂਦ ਹੀ ਖਤਮ ਹੋ ਜਾਂਦੀ ਹੈ। ਇਹ ਸਤਿਗੁਰੂ ਜੀ ਸਾਨੂੰ ਉਪਦੇਸ਼ ਕਰ ਰਹੇ ਹਨ ਕਿ ਜਦੋਂ ਕੋਈ ਨਾਮ ਦੀ ਕਮਾਈ ਕਰਦਿਆਂ ਹੋਇਆਂ, ਅਭਿਆਸ ਕਰਦਿਆਂ ਹੋਇਆਂ ਸੁੰਨ ਸਮਾਧੀ ਦੀ ਅਵਸਥਾ ਦੇ ਵਿੱਚ ਪਹੁੰਚ ਜਾਂਦਾ ਹੈ, ਉੱਥੇ ਫਿਰ ਪਾਪ ਤੇ ਪੁੰਨ ਜਿਹੜੇ ਹਨ ਇਹਨਾਂ ਦਾ ਕੋਈ ਵਜੂਦ ਨਹੀਂ ਰਹਿੰਦਾ। ਕਿਉਂਕਿ ਪਾਪ ਪੁੰਨ ਜਿੰਨਾ ਚਿਰ ਅਸੀਂ ਸਰੀਰਕ ਤਲ ਤੇ ਰਹਿੰਦੇ ਹਾਂ, ਸਰੀਰਕ ਤਲ ਤੇ ਕਿਰਿਆ ਕਰਦੇ ਹਾਂ, ਉਹ ਕਰਮ ਬਣਦੇ ਆ, ਉਹਨਾਂ ਦੇ ਪਾਪ ਤੇ ਪੁੰਨ ਰੂਪ ਫਲ ਮਿਲਦੇ ਆ। ਪਰ ਜਦੋਂ ਜੀਵ ਇਹ ਸਰੀਰਕ ਤਲ ਤੋਂ ਆਪਣੀ ਸੁਰਤੀ ਨੂੰ ਉਹ ਸੁੰਨ ਮੰਡਲ ਦੇ ਵਿੱਚ ਲੈ ਜਾਂਦਾ ਹੈ, ਪ੍ਰਭੂ ਚਰਨਾਂ ਦੇ ਵਿੱਚ ਸ਼ਬਦ ਦੁਆਰਾ ਭੇਦ ਹੋ ਜਾਂਦਾ ਹੈ, ਉੱਥੇ ਸਤਿਗੁਰੂ ਜੀ ਕਹਿੰਦੇ ਹਨ ਪਾਪ ਪੁੰਨ ਤਹਿ ਭਈ ਕਹਾਵਤ। ਉੱਥੇ ਤੇ ਕਹਾਵਤ ਹੀ ਬਣ ਜਾਂਦੀ। ਉੱਥੇ ਪਾਪ ਤੇ ਪੁੰਨ ਜਿਹੜੇ ਹਨ ਇਹਨਾਂ ਦਾ ਵਜੂਦ, ਇਹਨਾਂ ਦੀ ਹਸਤੀ ਫਲ ਦੇਣ ਦੀ ਮਿਟ ਜਾਂਦੀ ਹੈ। ਜਬ ਧਾਰੀ ਆਪਨ ਸੁਨ ਸਮਾਦ। ਸਤਿਗੁਰੂ ਜੀ ਕਹਿੰਦੇ ਜਦੋਂ ਪਰਮੇਸ਼ਰ ਵਾਹਿਗੁਰੂ ਨੇ ਆਪਣੀ ਸੁੰਨ ਸਮਾਧੀ ਜਿਹੜੀ ਹੈ, ਅਪੁਰ ਮੰਡਲ ਹੈ। ਸੁੰਨ ਸਮਾਧੀ ਤੋਂ ਭਾਵ ਕੀ ਹੈ? ਸੁੰਨ ਤੋਂ ਭਾਵ ਹੈ ਅਪੁਰ। ਉਦਾਹਰਨ ਦੇ ਤੌਰ ਤੇ ਜਿਵੇਂ ਆਪਣੇ ਕੋਈ ਸਰੀਰ ਦੇ ਕਿਸੇ ਅੰਗ ਨੂੰ ਸਵਾ ਦੇਵੇ, ਜਿਵੇਂ ਡਾਕਟਰ ਜਿਹੜੇ ਹਨ ਜਦੋਂ ਉਹ ਸਰਜਰੀ ਕਰਦੇ ਆ ਜਾਂ ਕੋਈ ਆਪਰੇਸ਼ਨ ਕਰਦੇ ਆ ਤੇ ਉਹ ਉਹਨਾਂ ਥਾਂ ਸਵਾ ਦਿੰਦੇ ਆ, ਤੇ ਸਾਡੀਆਂ ਅੱਖਾਂ ਦੇ ਸਾਹਮਣੇ ਉਹ ਸਭ ਕੁਝ ਟੰਕੇ ਲਾ ਰਹੇ ਹੁੰਦੇ ਆ, ਚੀਰ ਫਾੜ ਕਰ ਰਹੇ ਹੁੰਦੇ ਆ, ਸਾਨੂੰ ਕੁਝ ਨਹੀਂ ਪਤਾ ਲੱਗਦਾ, ਉਹ ਸੁੰਨ ਕਰ ਦਿੰਦੇ ਆ ਨਾ ਮਾਸ। ਇਸੇ ਪ੍ਰਕਾਰ ਹੀ ਇੱਕ ਅਵਸਥਾ ਹੈ ਨਾਮ ਅਭਿਆਸ ਦੁਆਰਾ ਜਿਹੜੀ ਕੀਤੀ ਜਾਂਦੀ ਹੈ। ਜਿਹੜਾ ਕੋਈ ਗੁਰੂ ਆਸਰੇ ਇਸ ਮਾਰਗ ਤੇ ਤੁਰਦਾ ਜਾਂਦਾ ਹੈ ਉਹ ਐਸੀਆਂ ਅਵਸਥਾਵਾਂ ਤੇ ਪਹੁੰਚਦਾ ਹੈ।
ਸਤਿਗੁਰੂ ਜੀ ਕਹਿੰਦੇ ਜਦੋਂ ਉਹ ਪਰਮੇਸ਼ਰ ਵਾਹਿਗੁਰੂ ਨੇ ਆਪ ਹੀ ਸੁੰਨ ਸਮਾਧੀ ਦੀ ਅਵਸਥਾ ਧਾਰਨ ਕਰ ਲਈ, ਤਬ ਬੈਰ ਵਿਰੋਧ ਕਿਸ ਸੰਗ ਕਮਾਤ। ਫਿਰ ਸਤਿਗੁਰੂ ਜੀ ਕਹਿੰਦੇ ਵੈਰ ਵਿਰੋਧ ਵੀ ਖਤਮ ਹੋ ਗਿਆ। ਫਿਰ ਕਿਹਦੇ ਨਾਲ ਵੈਰ ਵਿਰੋਧ ਕਮਾਵੇ? ਕਿਉਂਕਿ ਜਿੰਨਾ ਚਿਰ ਸਾਨੂੰ ਕੋਈ ਦੂਜਾ ਦਿਸਦਾ ਹੈ ਉਨਾ ਚਿਰ ਵੈਰ ਤੇ ਵਿਰੋਧ ਬਣਦਾ। ਵੈਰ ਕੀ ਹੁੰਦਾ ਹੈ? ਜੋ ਲੰਮੇ ਸਮੇਂ ਤੋਂ ਖਾਨਦਾਨ ਦੇ ਵਿੱਚ ਚੱਲਿਆ ਆਵੇ, ਜੋ ਲੰਮੇ ਸਮੇਂ ਤੱਕ ਚੱਲਦਾ ਹੈ। ਜਿਵੇਂ ਕੁੱਤੇ ਤੇ ਬਿੱਲੀ ਦਾ ਵੈਰ ਹੈ, ਇਸੇ ਪ੍ਰਕਾਰ ਸੱਪ ਤੇ ਮੋਰ ਦਾ ਹੈ, ਸੱਪ ਤੇ ਨਿਉਲੇ ਦਾ ਹੈ। ਵੈਰ ਮੰਨੇ ਹਨ ਜਿਹੜੇ ਇਹ ਮਿਟਦੇ ਨਹੀਂ, ਚੱਲਦੇ ਰਹਿੰਦੇ। ਇਸੇ ਪ੍ਰਕਾਰ ਹੀ ਕਈ ਵਾਰ ਜੀਵ ਸੰਸਾਰ ਦੇ ਅੰਦਰ ਇੰਨੇ ਵੈਰ ਜਿਹੜੇ ਗੂੜੇ ਬਣਾ ਲੈਂਦਾ ਹੈ, ਫਿਰ ਉਹ ਅੱਗੇ ਤੋਂ ਅੱਗੇ ਪੀੜ੍ਹੀ ਦਰ ਪੀੜ੍ਹੀ ਚੱਲਦੇ ਰਹਿੰਦੇ। ਉਹ ਉਹਨਾਂ ਦੇ ਨਾਲ ਵੈਰ ਕੱਢਦੇ ਆ, ਉਹਨਾਂ ਦੇ ਨਾਲ ਕੱਢਦੇ। ਇੱਦਾਂ ਹੀ ਜਿਹੜਾ ਸੰਸਾਰ ਦੇ ਵਿੱਚ ਉਹ ਆਪਣੀ ਦੁਰਦਸ਼ਾ ਕਰਦੇ। ਸਤਿਗੁਰੂ ਜੀ ਕਹਿੰਦੇ ਜਦੋਂ ਕੋਈ ਐਸੀ ਅਵਸਥਾ ਤੇ ਪਹੁੰਚ ਜਾਂਦਾ ਹੈ, ਉੱਥੇ ਫਿਰ ਵੈਰ ਤੇ ਵਿਰੋਧਤਾ ਜਿਹੜੀ ਦੂਜੇ ਦੀ ਕਰਨੀ ਹੈ, ਇਹ ਦੋਵੇਂ ਹੀ ਮਿਟ ਜਾਂਦੇ। ਕਿਹਦੇ ਨਾਲ ਕਮਾਵੇ? ਕਿਉਂਕਿ ਦੂਜਾ ਹੈ ਹੀ ਕੋਈ ਨਹੀਂ, ਇੱਕੋ ਅਪੁਰ ਪਰਮੇਸ਼ਰ ਵਾਹਿਗੁਰੂ ਉਹਦੇ ਵਿੱਚ ਹੀ ਲੀਨ ਹੋ ਗਿਆ। ਫਿਰ ਵੈਰ ਵਿਰੋਧ ਕਿਸ ਦੇ ਨਾਲ ਕਮਾਵੇ? ਜਬ ਇਸਕਾ ਵਰਨ ਚਿਹਨ ਨਾ ਜਾਪਤ। ਸਤਿਗੁਰੂ ਜੀ ਕਹਿੰਦੇ ਜਦੋਂ ਇਸ ਦਾ ਵਰਨ ਕੋਈ ਜਾਤੀ, ਹੁਣ ਤੇ ਆਪਾਂ ਦੇਖਦੇ ਹਾਂ, ਕਹਿੰਦੇ ਆ ਕਿ ਇਹ ਫਲਾਣੀ ਜਾਤ ਦਾ ਹੈ, ਇਹ ਫਲਾਣੀ ਦਾ ਹੈ। ਇਸੇ ਪ੍ਰਕਾਰ ਫਿਰ ਚਿਹਨ ਜਿਹੜੇ ਸਰੀਰ ਦੇ ਚਿਹਨ ਚੱਕਰ ਹਨ, ਸ਼ਕਲ ਸੂਰਤ ਹੈ। ਸਤਿਗੁਰੂ ਜੀ ਕਹਿੰਦੇ ਜਦੋਂ ਇਹ ਦੋਹੇ ਚੀਜ਼ਾਂ ਹੀ ਖਤਮ ਹੋ ਗਈਆਂ, ਨਾ ਉੱਥੇ ਕੋਈ ਜਾਤੀ ਰਹਿ ਗਈ, ਨਾ ਉੱਥੇ ਕੋਈ ਸਰੀਰ ਦਾ ਚਿਹਨ ਚੱਕਰ ਰਹਿ ਗਿਆ, ਤਬ ਹਰਗ ਸੋਗ ਕਹੋ ਕਿਸੇ ਵਿਆਪਤ। ਫਿਰ ਸਤਿਗੁਰੂ ਜੀ ਕਹਿੰਦੇ ਉੱਥੇ ਹਰਕ ਖੁਸ਼ੀ ਤੇ ਸੋਗ ਜਿਹੜਾ ਗਮ ਹੈ, ਇਹ ਕੀ ਵਿਆਪਣਾ ਹੈ, ਇਹ ਵੀ ਖਤਮ ਹੋ ਗਿਆ। ਕਿਉਂਕਿ ਜੀਵ ਨੂੰ ਆਪਣੀ ਜਾਤੀ ਕਰਕੇ ਖੁਸ਼ੀ ਮਹਿਸੂਸ ਕਰਦਾ। ਜਦੋਂ ਕੋਈ ਕਹਿੰਦਾ ਵੀ ਤੇਰੀ ਜਾਤ ਬੜੀ ਉੱਚੀ ਹੈ ਤੇ ਖੁਸ਼ ਹੋ ਜਾਂਦਾ। ਜਦੋਂ ਆਪਾਂ ਕਿਸੇ ਨੂੰ ਕਹਿੰਦੇ ਆ ਕਿ ਤੂੰ ਤੇ ਨੀਵੀਂ ਜਾਤ ਦਾ ਹੈ, ਉਹਨੂੰ ਦੁੱਖ ਲੱਗਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਦੋਂ ਉਹ ਪਰਮੇਸ਼ਰ ਵਾਹਿਗੁਰੂ ਦੀ ਸੁੰਨ ਸਮਾਧੀ ਰੂਪ ਅਵਸਥਾ ਹੁੰਦੀ ਹੈ, ਜਾਂ ਜੀਵ ਦੀ ਜਦੋਂ ਸੁੰਨ ਸਮਾਧੀ ਦੀ ਅਵਸਥਾ ਤੇ ਪਹੁੰਚਦਾ ਹੈ, ਉੱਥੇ ਫਿਰ ਕਿਹੜੀ ਜਾਤ ਰਹਿ ਗਈ? ਉੱਥੇ ਜਾਤ ਜਿਹੜੀ ਇਹ ਵੀ ਖਤਮ ਹੋ ਗਈ, ਵਰਨ ਜਿਹੜਾ ਇਹ ਵੀ ਖਤਮ ਹੋ ਗਿਆ। ਤੇ ਇਹ ਖਤਮ ਹੋਣ ਦੇ ਨਾਲ ਹੀ ਫਿਰ ਖੁਸ਼ੀ ਤੇ ਗਮੀ ਜਿਹੜੀ ਹੈ ਇਹ ਵੀ ਖਤਮ ਹੋ ਗਈ, ਇੱਕ ਰਸ ਅਵਸਥਾ ਰਹਿ ਜਾਂਦੀ ਹੈ। ਜਬ ਆਪਣੇ ਆਪ ਆਪ ਪਾਰ ਬ੍ਰਹਮ। ਸਤਿਗੁਰੂ ਜੀ ਕਹਿੰਦੇ ਜਿੱਥੇ ਉਹ ਆਪਣਾ ਆਪ ਰੂਪ ਪਾਰ ਬ੍ਰਹਮ, ਜੋ ਪਾਪਾਂ ਤੇ ਪੁੰਨਾਂ ਤੋਂ ਪਰੇ ਬ੍ਰਹਮ ਜੋ ਵਿਆਪਕ ਸਰੂਪ ਹੈ, ਉਹੀ ਪਰਮੇਸ਼ਰ ਵਾਹਿਗੁਰੂ, ਉਹਦਾ ਆਪਣਾ ਆਪਾ ਹੀ ਰਹਿ ਜਾਂਦਾ ਹੈ। ਤਬ ਮੋਹ ਕਹਾ ਕਿਸ ਹੋਵਤ ਭਰਮ। ਸਤਿਗੁਰੂ ਜੀ ਕਹਿੰਦੇ ਫਿਰ ਉੱਥੇ ਕਿਸ ਨੂੰ ਮੋਹ ਹੋਣਾ ਹੈ ਤੇ ਕਿਸ ਨੂੰ ਭਰਮ ਪੈਣਾ ਹੈ। ਜਦੋਂ ਜੀਵ ਉਸ ਪ੍ਰਭੂ ਪਰਮੇਸ਼ਰ ਦੇ ਵਿੱਚ ਆਪਣੇ ਆਪੇ ਨੂੰ ਸਮਝ ਲੈਂਦਾ ਹੈ, ਜਿਹਨੂੰ ਸਤਿਗੁਰਾਂ ਨੇ ਆਖਿਆ ਹੈ ਕਿ ਕਹੋ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭਰਮ ਕੀ ਕਾਈ। ਜਦੋਂ ਆਪਣੇ ਵਾਸਤਵਿਕ ਸਰੂਪ ਨੂੰ, ਅਸਲੀ ਰੂਪ ਨੂੰ, ਮੂਲ ਰੂਪ ਨੂੰ ਇਹ ਪਛਾਣ ਲੈਂਦਾ ਹੈ, ਫਿਰ ਸਤਿਗੁਰੂ ਜੀ ਕਹਿੰਦੇ ਹਨ ਕਿ ਉੱਥੇ ਫਿਰ ਇਸ ਜੀਵ ਦੇ ਅੰਦਰ ਜਿਹੜੀ ਇਹ ਭਰਮ ਹੈ ਇਹ ਵੀ ਦੂਰ ਮਿਟ ਹੋ ਜਾਂਦਾ ਹੈ। ਭਰਮ ਵੀ ਨਹੀਂ ਰਹਿੰਦਾ ਹੈ, ਇਹ ਵੀ ਖਤਮ ਹੋ ਜਾਂਦਾ ਹੈ। ਆਪਨ ਖੇਲ ਆਪ ਵਰਤੀਜਾ। ਸਤਿਗੁਰੂ ਜੀ ਕਹਿੰਦੇ ਉਹ ਪ੍ਰਭੂ ਪਰਮੇਸ਼ਰ ਵਾਹਿਗੁਰੂ ਨੇ ਇਹ ਸਾਰਾ ਖੇਲ ਜਿਹੜਾ ਹੈ ਨਾ ਆਪ ਹੀ ਪਸਾਰਿਆ ਹੈ। ਕੀਆ ਖੇਲ ਵੱਡ ਮੇਲ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ। ਇਹ ਸਾਰੀ ਰਚਨਾ ਉਹ ਪਰਮੇਸ਼ਰ ਵਾਹਿਗੁਰੂ ਨੇ ਖੇਡ ਦੀ ਨਿਆਈ ਬਣਾਈ ਹੈ। ਜਿਵੇਂ ਉਦਾਹਰਨ ਦੇ ਤੌਰ ਤੇ ਬੱਚੇ ਖੇਡਾਂ ਕਰਦੇ ਹਨ, ਤੇ ਬੱਚੇ ਨੂੰ ਆਪਾਂ ਜਦੋਂ ਦੇਖਦੇ ਹਾਂ ਉਹ ਨਦੀ ਦੇ ਕਿਨਾਰੇ ਤੇ ਜਾਂ ਕਿਸੇ ਹੋਰ ਘਰ ਦੇ ਵਿੱਚ ਮਿੱਟੀ ਦੇ ਘਰ ਬਣਾਉਂਦਾ, ਨਿੱਕੇ ਨਿੱਕੇ ਬੜੇ ਚਾਵਾਂ ਦੇ ਨਾਲ ਬਣਾ ਦਿੰਦਾ, ਖੁਸ਼ੀ ਦੇ ਨਾਲ ਬਣਾਉਂਦਾ, ਬੜੀ ਮਿਹਨਤ ਕਰਕੇ ਬਣਾਉਂਦਾ। ਤੇ ਜਿੰਨੇ ਚਾਅ ਦੇ ਨਾਲ ਬਣਾਉਂਦਾ ਉਨੇ ਚਾਅ ਦੇ ਨਾਲ ਹੀ ਉਹ ਢਾਹ ਵੀ ਦਿੰਦਾ, ਆਪ ਹੀ ਲੱਤਾਂ ਮਾਰ ਮਾਰ ਕੇ ਫਿਰ ਢਾਹ ਦਿੰਦਾ ਸਭ ਕੁਝ। ਉਹਦੇ ਤੇ ਕੋਈ ਅਸਰ ਨਹੀਂ ਹੁੰਦਾ ਬਣਾਉਣ ਦਾ ਤੇ ਢਾਉਣ ਦਾ। ਇਸੇ ਪ੍ਰਕਾਰ ਹੀ ਉਹ ਪਰਮੇਸ਼ਰ ਵਾਹਿਗੁਰੂ ਹੈ, ਉਸੇ ਨੇ ਹੀ ਇਹ ਸਾਰੀ ਜਿਹੜੀ ਖੇਡ ਹੈ ਨਾ ਕਰਕੇ ਇਹ ਸੰਸਾਰ ਦੀ ਰਚ ਕੇ ਬਣਾ ਦਿੱਤੀ ਹੈ। ਨਾਨਕ ਕਰਨੇ ਹਾਰ ਨਾ ਦੂਜਾ। ਸਤਿਗੁਰੂ ਜੀ ਕਹਿੰਦੇ ਉਸ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਦੂਸਰਾ ਇਸ ਨੂੰ ਕਰਨ ਵਾਲਾ ਨਹੀਂ ਹੈ। ਉਹ ਇੱਕੋ ਅਕਾਲ ਪੁਰਖ ਪ੍ਰਮਾਤਮਾ ਹੀ ਹੈ ਜਿਹੜਾ ਇਹ ਸਾਰੀ ਖੇਡ ਨੂੰ ਕਰ ਰਿਹਾ ਹੈ, ਜਿਸ ਨੇ ਇਹ ਸਾਰੇ ਤਰ੍ਹਾਂ ਤਰ੍ਹਾਂ ਦੇ ਜੀਵ ਬਣਾ ਦਿੱਤੇ, ਤਰ੍ਹਾਂ ਤਰ੍ਹਾਂ ਦੀਆਂ ਖਾਣੀਆਂ ਰਚ ਦਿੱਤੀਆਂ,
ਬਨਸਪਤੀ ਬਣਾ ਦਿੱਤੀ, ਪੇੜ ਪੌਦੇ ਰਚ ਦਿੱਤੇ। ਇਹ ਸਾਰੀਆਂ ਖੇਡਾਂ ਕਰਨ ਵਾਲਾ ਉਹ ਪਰਮੇਸ਼ਰ ਵਾਹਿਗੁਰੂ ਆਪ ਹੀ ਹੈ। ਕਿੱਡੀ ਉਹਦੀ ਕਲਾ ਹੈ ਦੇਖੋ। ਮੋਰ ਨੂੰ ਆਪਾਂ ਦੇਖਦੇ ਹਾਂ, ਉਹਦੇ ਖੰਭ ਨੂੰ ਦੇਖਦੇ ਹਾਂ, ਕਿੰਨੇ ਰੰਗ ਹੈ ਉਹਦੇ ਵਿੱਚ, ਦੇਖੋ ਕਿਵੇਂ ਭਰ ਦਿੱਤੇ, ਕਿਵੇਂ ਬਣਾ ਦਿੱਤੇ। ਉਸੇ ਦੀ ਖੇਡ ਹੈ ਨਾ। ਤਰ੍ਹਾਂ ਤਰ੍ਹਾਂ ਦੇ ਫੁੱਲ ਹਨ, ਉਹਨਾਂ ਦੀਆਂ ਸੁਗੰਧੀਆਂ ਵੱਖੋ ਵੱਖਰੀਆਂ ਹਨ। ਕੌਣ ਭਰ ਰਿਹਾ, ਕੌਣ ਬਣਾ ਰਿਹਾ? ਇਹ ਸਾਰੀ ਖੇਡ ਨੂੰ ਕਰਨ ਵਾਲਾ ਉਹ ਪਰਮੇਸ਼ਰ ਵਾਹਿਗੁਰੂ ਸਤਿਗੁਰੂ ਜੀ ਕਹਿੰਦੇ ਆਪ ਹੀ ਹੈ। ਉਹਦੇ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਹੈ। ਜਬ ਹੋਵਤ ਪ੍ਰਭ ਕੇਵਲ ਧਨੀ। ਸਤਿਗੁਰੂ ਜੀ ਕਹਿੰਦੇ ਜਿਸ ਅਵਸਥਾ ਦੇ ਵਿੱਚ ਕੇਵਲ ਇੱਕੋ ਹੀ ਉਹ ਪ੍ਰਭੂ ਪਰਮੇਸ਼ਰ ਵਾਹਿਗੁਰੂ ਧਨੀ ਕਹੀਏ ਮਾਲਕ ਹੁੰਦਾ ਹੈ। ਧਨ ਨਾਮ ਹੁੰਦਾ ਹੈ ਇਸਤਰੀ ਦਾ, ਔਰ ਧਨੀ ਹੁੰਦਾ ਹੈ ਜੋ ਉਹਦਾ ਮਾਲਕ ਹੈ, ਖਸਮ ਹੈ, ਉਸ ਦਾ ਸਿਰ ਦਾ ਸਾਈਂ ਹੈ। ਧਨ ਕੀ ਹੈ? ਮਾਇਆ ਹੈ। ਔਰ ਮਾਇਆ ਦਾ ਮਾਲਕ ਕੌਣ ਹੈ? ਧਨੀ ਪਰਮੇਸ਼ਰ ਵਾਹਿਗੁਰੂ। ਜਦੋਂ ਸਤਿਗੁਰੂ ਜੀ ਕਹਿੰਦੇ ਕੇਵਲ ਤੇ ਕੇਵਲ ਉਹ ਪ੍ਰਭੂ ਪਰਮੇਸ਼ਰ ਵਾਹਿਗੁਰੂ ਹੀ ਮਾਲਕ ਰੂਪ ਦੇ ਵਿੱਚ ਰਹਿ ਜਾਂਦਾ ਹੈ। ਤਬ ਬੰਧ ਮੁਕਤ ਕਹੋ ਕਿਸ ਕੋ ਗਨੀ। ਫਿਰ ਸਤਿਗੁਰੂ ਜੀ ਕਹਿੰਦੇ ਕੀ ਬੰਧਨ ਤੇ ਕੀ ਮੁਕਤੀ ਰਹਿ ਜਾਂਦੀ ਹੈ। ਜਦੋਂ ਉਹ ਆਪਣੇ ਆਪ ਦੇ ਵਿੱਚ ਇੱਕੋ ਪਰਮੇਸ਼ਰ ਵਾਹਿਗੁਰੂ ਹੀ ਰਹਿ ਗਿਆ, ਇਹ ਰਚਨਾ ਦੀ ਹੋਂਦ ਹੀ ਮਿਟ ਗਈ। ਜਾਂ ਜਦੋਂ ਜੀਵ ਦੀ ਅਵਸਥਾ ਇਹ ਬਣ ਗਈ ਕਿ ਕੇਵਲ ਤੇ ਕੇਵਲ ਪ੍ਰਭੂ ਪਰਮੇਸ਼ਰ ਦੇ ਵਿੱਚ ਹੀ ਲੀਨ ਹੋ ਗਿਆ, ਫਿਰ ਇਹਦਾ ਕਿਹੜਾ ਬੰਧਨ ਰਹਿ ਗਿਆ ਤੇ ਕਿਹੜੀ ਮੁਕਤੀ ਰਹਿ ਗਈ? ਉੱਥੇ ਬੰਧਨ ਦਾ ਸਰੂਪ ਵੀ ਖਤਮ ਹੋ ਗਿਆ ਔਰ ਮੁਕਤੀ ਜਿਹੜੀ ਇਹਦਾ ਸਰੂਪ ਵੀ ਖਤਮ ਹੋ ਗਿਆ। ਕਿਉਂਕਿ ਸਤਿਗੁਰਾਂ ਨੇ ਬਚਨ ਕਹੇ ਹਨ, ਮੁਕਤ ਬੱਪੜੀ ਭੀ ਗਿਆਨੀ ਤਿਆਗੇ। ਜਿਹੜਾ ਆਤਮਕ ਗਿਆਨੀ ਮਹਾਂਪੁਰਸ਼ ਤਤਵੇਤਾ ਹੈ, ਉਹ ਜਿਹੜੀਆਂ ਇਹ ਸਵਰਗ ਦੀਆਂ ਮੁਕਤੀਆਂ ਮੰਨੀਆਂ ਹਨ, ਸਵਰਗ ਦੇ ਸੁੱਖ ਮੰਨੇ ਹਨ, ਇਹਨਾਂ ਤੋਂ ਅੱਗੇ ਦੀ ਅਵਸਥਾ ਤੇ ਪਹੁੰਚਦਾ ਹੈ। ਜਿਵੇਂ ਭਗਤਾਂ ਨੇ ਬਚਨ ਕਹੇ ਹਨ ਕਿ ਸੁਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੇ ਪ੍ਰਸਾਦ। ਕਿ ਨਾ ਸਾਨੂੰ ਸਵਰਗ ਦੇ ਸੁੱਖਾਂ ਦੀ ਇੱਛਾ ਹੈ, ਨਾ ਨਰਕਾਂ ਦਾ ਡਰ ਹੈ, ਦੋਵੇਂ ਹੀ ਖਤਮ ਕਰ ਦਿੱਤੇ। ਕਿਆ ਸੁਰਗ ਕਿਆ ਨਰਕ ਵਿਚਾਰਾ ਸੰਤਨ ਦੋ ਰੱਦ ਕਰ ਦਿੰਦੇ ਆ। ਇਹਦੇ ਤੋਂ ਅੱਗੇ ਦੀ ਜਿਹੜੀ ਪ੍ਰਭੂ ਪਰਮੇਸ਼ਰ ਦੀ ਅਭੇਦਤਾ ਦੀ ਅਵਸਥਾ ਹੈ ਨਾ, ਉਹਦੀ ਇੱਛਾ ਰੱਖਦੇ ਆ। ਇਸ ਕਰਕੇ ਸਤਿਗੁਰੂ ਜੀ ਇੱਥੇ ਬਚਨ ਕਰਦੇ ਹਨ, ਬੰਧਨ ਕੀ ਰਹਿ ਗਿਆ? ਇਹ ਵੀ ਖਤਮ ਹੋ ਗਿਆ। ਮੁਕਤੀਆਂ ਜਿਹੜੀਆਂ ਸਵਰਗ ਦੀਆਂ ਮੰਨੀਆਂ, ਇਹ ਵੀ ਖਤਮ ਹੋ ਜਾਂਦੀਆਂ ਹਨ। ਜਬ ਇੱਕ ਹੈ ਹਰ ਅਗਮ ਅਪਾਰ। ਸਤਿਗੁਰੂ ਜੀ ਕਹਿੰਦੇ ਜਿੱਥੇ ਇੱਕੋ ਇੱਕ ਸਭ ਨੂੰ ਹਰੇ ਭਰੇ ਕਰਨ ਵਾਲਾ ਪ੍ਰਭੂ ਪਰਮੇਸ਼ਰ ਵਾਹਿਗੁਰੂ ਉਹੀ ਵਿਆਪਦਾ ਹੈ ਜੋ ਅਗਮ ਹੈ, ਮਨ ਤੇ ਬੁੱਧੀ ਦੀ ਗਮਤਾ ਤੋਂ ਪਰੇ ਹੈ। ਮਨ ਦੀ ਸਾਡੇ ਦੀ ਕਿੰਨੀ ਤੇਜ਼ ਸਪੀਡ ਹੈ, ਇਹ ਪਲਾਂ ਪਲਾਂ ਦੇ ਵਿੱਚ ਕਿਤੇ ਦੀ ਕਿਤੇ ਪਹੁੰਚ ਜਾਂਦਾ ਹੈ, ਪਰ ਰੱਬ ਤੱਕ ਨਹੀਂ ਪਹੁੰਚਦਾ। ਬੁੱਧੀ ਸਾਡੀ ਵੇਖ ਲਓ ਕਿੰਨੇ ਤਰ੍ਹਾਂ ਤਰ੍ਹਾਂ ਦੇ ਨਿਰਣੇ ਕਰ ਦਿੰਦੀ ਹੈ, ਕਿੰਨਾ ਕੁਝ ਇਸੇ ਅਕਲ ਦੇ ਵਿੱਚੋਂ ਨਿਕਲ ਰਿਹਾ, ਕਿੰਨੀਆਂ ਕਾਢਾਂ ਹੋ ਰਹੀਆਂ, ਕਿੰਨੀਆਂ ਖੋਜਾਂ ਹੋ ਰਹੀਆਂ, ਤਰ੍ਹਾਂ ਤਰ੍ਹਾਂ ਦੀ ਟੈਕਨੋਲੋਜੀ ਬਣ ਰਹੀ ਹੈ, ਪਰ ਇਹ ਬੁੱਧੀ ਕਦੇ ਰੱਬ ਦੇ ਨਾਲ ਜੁੜਦੀ ਹੈ, ਉੱਧਰਲੇ ਪਾਸੇ ਦੱਸਦੀ ਹੈ, ਕੁਝ ਨਹੀਂ ਦੱਸਦੀ। ਕਿਉਂਕਿ ਉਹ ਮਨ ਤੇ ਬੁੱਧੀ ਦਾ ਵਿਸ਼ਾ ਹੀ ਨਹੀਂ ਹੈ, ਇਸ ਕਰਕੇ ਉਹ ਅਗਮ ਹੈ। ਅਪਾਰ ਉਹ ਪਾਰਾਵਾਰ ਤੋਂ ਰਹਿਤ ਹੈ, ਉਹਦਾ ਕੋਈ ਹੱਦ ਬੰਦਾ ਨਹੀਂ ਬਿਆਨ ਕਰ ਸਕਦਾ। ਸਭ ਨਰਕ ਸੁਰਗ ਕਹੋ ਕੌਣ ਅਵਤਾਰ। ਫਿਰ ਸਤਿਗੁਰੂ ਜੀ ਕਹਿੰਦੇ ਜਦੋਂ ਐਸੀ ਅਵਸਥਾ ਜੀਵ ਦੀ ਬਣ ਜਾਂਦੀ ਹੈ ਗੁਰੂ ਦੀ ਕਿਰਪਾ ਦੁਆਰਾ, ਫਿਰ ਨਰਕ ਸੁਰਗ ਕਹੋ ਕੌਣ ਅਵਤਾਰ। ਫਿਰ ਕਿਸ ਨੇ ਨਰਕਾਂ ਦੇ ਵਿੱਚ ਜਾ ਕੇ ਪੈਣਾ ਹੈ ਤੇ ਕਿਸ ਨੇ ਸਵਰਗਾਂ ਦੇ ਵਿੱਚ ਜਾ ਕੇ ਅਵਤਾਰ ਦਾ ਭਾਵ ਹੈ ਉਤਰਨਾ। ਇਹ ਕਿਸ ਨੇ ਇਹ ਕਰਮ ਕਰਕੇ ਤੇ ਉਹਨਾਂ ਕਰਮਾਂ ਦਾ ਫਲ ਰੂਪ, ਚੰਗੇ ਕਰਮਾਂ ਦਾ ਫਲ ਕੀ ਹੈ? ਸਵਰਗ ਮਿਲ ਜਾਏਗਾ, ਦੇਵਤਾ ਬਣ ਜਾਏਗਾ। ਜਦੋਂ ਉਹ ਕਰਮ ਮੁੱਕ ਗਏ ਫਿਰ ਧਰਤੀ ਤੇ, ਜੇ ਮਾੜੇ ਕਰਮ ਕੀਤੇ ਆ ਨਰਕ ਮਿਲ ਜਾਏਗਾ, ਜਦੋਂ ਉਹ ਮੁੱਕ ਗਏ ਫਿਰ ਧਰਤੀ ਤੇ। ਜੰਮਣ ਮਰਨ ਜਿਹੜਾ ਉਹ ਉਸੇ ਤਰ੍ਹਾਂ ਹੀ ਬਣਿਆ ਰਹਿੰਦਾ ਹੈ। ਜਨਮ ਮਰਨ ਨਾ ਪੁੰਨੀ ਦਾ ਮਿਟਦਾ ਹੈ, ਨਾ ਪਾਪੀ ਦਾ ਮਿਟਦਾ ਹੈ। ਇਹੋ ਦਾ ਮਿਟਦਾ ਹੈ ਜਿਹੜਾ ਇਹ ਪੁੰਨ ਪਾਪ ਦੀ ਅਵਸਥਾ ਤੋਂ ਉੱਪਰਲੀ ਜਿਹੜੀ ਅਵਸਥਾ ਹੈ, ਜੋ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦੀ ਹੈ, ਉੱਥੇ ਜਾ ਕੇ ਜੀਵ ਦਾ ਜੰਮਣ ਤੇ ਮਰਨ ਮਿਟਦਾ ਹੈ। ਇਸ ਕਰਕੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਕਰਦੇ ਹਨ ਕਿ ਸੁਰਗ ਤੇ ਨਰਕ ਦੇ ਵਿੱਚ ਜਿਹੜਾ ਆਉਣਾ ਜਾਣਾ ਹੈ, ਇਹ ਵੀ ਮਿਟ ਜਾਂਦਾ ਹੈ। ਜਬ ਨਿਰਗੁਣ ਪ੍ਰਭ ਸਹਿਜ ਸੁਭਾਏ। ਸਤਿਗੁਰੂ ਜੀ ਕਹਿੰਦੇ ਜਦੋਂ ਉਹ ਨਿਰਗੁਣ ਤਿੰਨਾਂ ਗੁਣਾਂ ਤੋਂ ਰਹਿਤ ਸਹਿਜ ਸੁਭਾਏ, ਸਹਿਜ ਜਿਹੜੀ ਗਿਆਨ ਅਵਸਥਾ ਦੇ ਵਿੱਚ ਸੁਭਾਏ ਹੀ ਸੁਤੇ ਸਿੱਧ ਜੀਵ ਜਿਹੜਾ ਵਿਚਰਦਾ ਹੈ। ਜਦੋਂ ਗੁਰੂ ਦੀ ਕਿਰਪਾ ਦੁਆਰਾ ਸੁਤੇ ਸਿੱਧ ਹੀ ਨਾਮ ਅਭਿਆਸ ਕਰਦਿਆਂ ਜੀਵ ਦੀ ਇਹ ਸਹਿਜ ਅਵਸਥਾ ਜਿਹੜੀ ਹੈ, ਆਤਮਕ ਗਿਆਨ ਦੀ ਅਡੋਲ ਅਵਸਥਾ ਹੈ।
ਇੱਕ ਐਸੀ ਅਵਸਥਾ ਹੈ, ਉਦਾਹਰਨ ਦੇ ਤੌਰ ਤੇ ਸਾਡੇ ਸਾਹਮਣੇ ਗੁਰੂ ਕਿਆਂ ਸਿੰਘਾਂ ਦਾ, ਸ਼ਹੀਦਾਂ ਦਾ ਇਤਿਹਾਸ ਹੈ। ਦੇਖੋ, ਇੱਕ ਪਾਸੇ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਦੇ ਆ ਤੇ ਕਿੱਡੀ ਅਡੋਲ ਅਵਸਥਾ ਹੈ, ਆਤਮਿਕ ਅਡੋਲ ਅਵਸਥਾ ਜਿਹਦਾ ਸਤਿਗੁਰੂ ਜੀ ਜ਼ਿਕਰ ਕਰਦੇ, ਤੇ ਕਿੱਡੇ ਫਖਰ ਦੇ ਨਾਲ ਤੇ ਕਿੱਡੇ ਪ੍ਰਭੂ ਪਰਮੇਸ਼ਰ ਦੇ ਨਾਮ ਦੇ ਰੰਗ ਦੇ ਵਿੱਚ ਸਰੀਰ ਦੇ ਦੋ ਫਾੜ ਹੋ ਜਾਂਦੇ ਆ। ਭਾਈ ਸਤੀ ਦਾਸ ਜੀ ਨੂੰ ਰੂੰ ਚ ਲਪੇਟ ਕੇ ਸਾੜ ਦਿੱਤਾ ਜਾਂਦਾ ਹੈ। ਭਾਈ ਦਿਆਲਾ ਜੀ ਨੂੰ ਉਬਲਦੀਆਂ ਦੇਗਾਂ ਵਿੱਚ ਰਿੰਨ ਦਿੱਤਾ ਜਾਂਦਾ ਹੈ। ਪਰ ਗੁਰੂ ਕਿਆਂ ਸਿੱਖਾਂ ਤੇ, ਉਹਨਾਂ ਤੇ ਸ਼ਹੀਦਾਂ ਤੇ ਕੋਈ ਅਸਰ ਹੀ ਨਹੀਂ ਹੋ ਰਿਹਾ। ਜਿਵੇਂ ਮਹਾਂਪੁਰਸ਼ ਇੱਕ ਉਦਾਹਰਨ ਦਿੰਦੇ ਸਨ ਕਿ ਜਿਵੇਂ ਕੋਈ ਕਮਰੇ ਦੇ ਵਿੱਚ ਬੈਠਾ ਹੋਵੇ ਤੇ ਕਮਰੇ ਦੀਆਂ ਕੰਧਾਂ ਨੂੰ ਕੋਈ ਬਾਹਰੋਂ ਡਾਂਗਾਂ ਦੇ ਨਾਲ, ਸੋਟੀਆਂ ਦੇ ਨਾਲ ਮਾਰੀ ਜਾਏ, ਲੱਤਾਂ ਮਾਰੀ ਜਾਏ, ਸੋਟੀ ਜਿਹੜਾ ਵਿੱਚ ਬੈਠਾ ਉਹਨੂੰ ਕੀ ਤਕਲੀਫ ਹੋਊਗੀ? ਉਹਨੂੰ ਖੜਕਾ ਤੇ ਹੁੰਦਾ ਵੀ ਬਹੁਤ ਰੌਲਾ ਰੱਪਾ ਪੈ ਰਿਹਾ, ਪਰ ਉਹਦੇ ਤੇ ਅਸਰ ਕੋਈ ਨਹੀਂ। ਇਹ ਸਰੀਰ ਜਿਹੜਾ ਹੈ ਕੰਧਾਂ ਦੀ ਨਿਆਈ ਹੈ, ਇਹਨੂੰ ਚਾਹੇ ਜਿੰਨਾ ਕੋਈ ਤੋੜ ਲਏ, ਬੰਦ ਕੱਟ ਲਏ, ਕੁਝ ਕਰੀ ਜਾਏ, ਪਰ ਜਿਹੜੀ ਉਹ ਆਤਮਿਕ ਅਡੋਲ ਅਵਸਥਾ ਹੈ ਨਾ, ਉਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ। ਉਹ ਉਸੇ ਪ੍ਰਕਾਰ ਹੀ ਇੱਕ ਰਸ ਰਹਿੰਦੀ ਹੈ। ਇਸ ਕਰਕੇ ਸਤਿਗੁਰੂ ਜੀ ਇੱਥੇ ਬਚਨ ਕਰਦੇ ਹਨ, ਜਿਹੜੀ ਉਹ ਸਹਿਜ ਗਿਆਨ ਦੀ ਆਤਮਿਕ ਅਡੋਲ ਅਵਸਥਾ ਜੋ ਗੁਰੂ ਦੀ ਕਿਰਪਾ ਦੁਆਰਾ ਨਾਮ ਅਭਿਆਸ ਕਰਦਿਆਂ ਜੀਵ ਨੂੰ ਪ੍ਰਾਪਤ ਹੁੰਦੀ ਹੈ। ਅਬ ਸ਼ਿਵ ਸ਼ਕਤ ਕਹੋ ਹੋ ਕਿਤ ਠਾਏ। ਸਤਿਗੁਰੂ ਜੀ ਕਹਿੰਦੇ ਉੱਥੇ ਫਿਰ ਸ਼ਿਵ ਸ਼ਕਤ, ਇਹ ਜਿਹੜੀਆਂ ਦੋਹੇ ਚੀਜ਼ਾਂ ਹਨ, ਸ਼ਿਵ ਕੀ ਹੈ, ਜੀਵ ਦਾ ਸਰੂਪ ਹੈ, ਸ਼ਕਤੀ ਕੀ ਹੈ, ਮਾਇਆ ਦਾ ਸਰੂਪ ਹੈ, ਇਹ ਦੋਵੇਂ ਚੀਜ਼ਾਂ ਹੀ ਖਤਮ ਹੋ ਜਾਂਦੀਆਂ ਨਾ। ਉੱਥੇ ਜੀਵ ਦਾ ਇਹ ਜਿਹੜਾ ਮੈਂ ਦਾ ਸਰੂਪ ਬਣਾਇਆ, ਜਿਹੜਾ ਧਾਰਨ ਕੀਤਾ ਹੈ ਇਸ ਨੇ ਕਿ ਮੈਂ ਆਹ ਕਰਦਾ ਹਾਂ, ਮੈਂ ਉਹ ਕਰਦਾ ਹਾਂ, ਇਹ ਸਰੂਪ ਵੀ ਇਹਦਾ ਮਿਟ ਜਾਂਦਾ ਹੈ। ਇਸੇ ਪ੍ਰਕਾਰ ਜਿਹੜਾ ਮਾਇਆ ਉਪਾਧੀ ਕਰਕੇ ਬਣਿਆ ਹੁੰਦਾ ਉਹ ਵੀ ਮਿਟ ਜਾਂਦਾ, ਉਹ ਵੀ ਖਤਮ ਹੋ ਜਾਂਦਾ ਹੈ। ਰੱਬ ਆਪੇ ਆਪ ਆਪਣੀ ਜੋਤ ਧਰੈ। ਸਤਿਗੁਰੂ ਜੀ ਕਹਿੰਦੇ ਜਦੋਂ ਪਰਮੇਸ਼ਰ ਵਾਹਿਗੁਰੂ ਆਪਣੇ ਆਪ ਦੁਆਰਾ ਹੀ ਆਪਣੀ ਜੋਤ ਜਿਹੜੀ ਹੈ ਉਸ ਨੂੰ ਧਾਰਨ ਕਰਦਾ ਹੈ, ਉਸ ਨੂੰ ਰੱਖਦਾ ਹੈ। ਉਸੇ ਦੀ ਜੋਤ ਹੈ ਜੋ ਧਰੀ ਹੋਈ ਹੈ, ਉਸੇ ਦੀ ਜੋਤ ਹੈ। ਸੂਰਜ ਚਾਨਣ ਕਰ ਰਿਹਾ ਹੈ, ਚੰਦਰਮਾ ਚਾਨਣ ਕਰ ਰਿਹਾ ਹੈ, ਤਾਰੇ ਰੋਸ਼ਨੀ ਦੇ ਰਹੇ ਹੈ, ਬਿਜਲੀ ਪ੍ਰਕਾਸ਼ ਕਰ ਰਹੀ ਹੈ। ਇਹ ਜਿੰਨੀ ਵੀ ਸੱਤਾ ਹੈ, ਜ਼ਮੀਨ ਜਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਧੰਨ ਗੁਰੂ ਕਲਗੀਧਰ ਮਹਾਰਾਜ ਜੀ ਕਹਿੰਦੇ ਜ਼ਮੀਨ ਤੋਂ ਲੈ ਕੇ ਆਕਾਸ਼ ਤੱਕ ਜਿੰਨੀ ਵੀ ਰਚਨਾ ਭਾਸ ਰਹੀ ਹੈ, ਸਭ ਦੇ ਵਿੱਚ ਇੱਕੋ ਹੀ ਜੋਤ ਵਰਤ ਰਹੀ ਹੈ। ਉਸੇ ਦੀ ਜੋਤ ਦਾ, ਉਸੇ ਦਾ ਹੀ ਨੂਰ, ਉਸੇ ਦਾ ਹੀ ਜਲਵਾ ਸਭ ਦੇ ਵਿੱਚ ਵਰਤ ਰਿਹਾ ਹੈ। ਤਬ ਕਵਨ ਨਿਡਰ ਕਵਨ ਕਤ ਡਰੈ। ਫਿਰ ਸਤਿਗੁਰੂ ਜੀ ਕਹਿੰਦੇ ਜੇ ਸਭ ਦੇ ਵਿੱਚ ਉਸੇ ਦੀ ਜੋਤ ਆਪਾਂ ਨੂੰ ਦਿਸ ਆਵੇ, ਸਾਡੀ ਇਹ ਅਵਸਥਾ ਬਣ ਜਾਏ ਕਿ ਉਸੇ ਜੋਤ ਨੂੰ ਹੀ ਸਭ ਦੇ ਵਿੱਚ ਵੇਖੀਏ, ਤੇ ਫਿਰ ਡਰਨਾ ਕੀ ਹੈ ਤੇ ਡਰਾਉਣਾ ਕੀ ਹੈ, ਦੋਵੇਂ ਚੀਜ਼ਾਂ ਖਤਮ ਹੋ ਜਾਂਦੀਆਂ। ਜੀਵ ਉਹਨਾਂ ਚਿਰ ਹੀ ਡਰਦਾ ਹੈ ਜਿੰਨਾ ਚਿਰ ਇਸ ਨੂੰ ਆਪਣੇ ਸੁੱਖ ਪਿਆਰੇ ਲੱਗਦੇ ਹੈ, ਸਰੀਰ ਦੇ ਸੁੱਖ ਚੰਗੇ ਲੱਗਦੇ ਹੈ, ਉਹਨਾਂ ਚਿਰ ਇਹ ਆਪ ਤੋਂ ਵੱਡਾ ਜਿਹੜਾ ਉਹ ਤੋਂ ਡਰਦਾ ਰਹਿੰਦਾ ਹੈ, ਜਿਹੜਾ ਛੋਟਾ ਹੈ ਉਹਨੂੰ ਡਰਾਉਂਦਾ ਰਹਿੰਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਜਿਹੜਾ ਆਤਮਿਕ ਗਿਆਨੀ ਹੈ ਉਹਦੀ ਕੈਸੀ ਅਵਸਥਾ ਹੈ। ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਨ ਧਿਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਉੱਥੇ ਡਰਨਾ ਤੇ ਡਰਾਉਣਾ ਇਹ ਦੋਹੇ ਚੀਜ਼ਾਂ ਹੀ ਸਤਿਗੁਰੂ ਜੀ ਕਹਿੰਦੇ ਖਤਮ ਹੋ ਜਾਂਦੀਆਂ ਹਨ। ਆਪਨ ਚਲਤ ਆਪ ਕਰਨੇ ਹਾਰ। ਸਤਿਗੁਰੂ ਜੀ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਆਪਣੇ ਚਲਤ ਜਿਹੜੇ ਕੌਤਕ ਹਨ ਤਰ੍ਹਾਂ ਤਰ੍ਹਾਂ ਦੇ, ਇਹਨਾਂ ਨੂੰ ਉਹ ਆਪ ਹੀ ਕਰਨ ਵਾਲਾ ਹੈ। ਤਰ੍ਹਾਂ ਤਰ੍ਹਾਂ ਦੇ ਕੌਤਕ ਉਹ ਕਰਦਾ ਹੈ। ਰੀਤੇ ਭਰੇ ਭਰੇ ਸਖਨਾਵੈ, ਜਹ ਤਾਕੋ ਵਿਵਹਾਰੇ। ਇੱਕ ਛਿਣ ਦੇ ਵਿੱਚ ਹੀ ਉਹ ਜਿਹੜੇ ਭਰੇ ਹੁੰਦੇ ਆ ਨਾ ਖਾਲੀ ਕਰ ਦਿੰਦਾ, ਕੱਖਾਂ ਤੋਂ ਹੌਲੇ ਕਰ ਦਿੰਦਾ, ਤੇ ਇੱਕ ਛਿਣ ਦੇ ਵਿੱਚ ਹੀ ਜਿਹੜੇ ਕੱਖਾਂ ਵਾਲੇ ਹੁੰਦੇ ਆ, ਕੁੱਲੀਆਂ ਵਾਲੇ ਹੁੰਦੇ, ਉਹ ਮਹਿਲਾਂ ਵਾਲੇ ਕਰ ਦਿੰਦਾ। ਉਹਦੀ ਖੇਡ ਹੈ, ਉਹਦੇ ਕੌਤਕ ਹਨ। ਇੱਕ ਛਿਣ ਦੇ ਵਿੱਚ ਹੀ ਉਹ ਖਾਲੀਆਂ ਨੂੰ ਭਰਨ ਵਾਲਾ ਤੇ ਭਰਿਆਂ ਨੂੰ ਖਾਲੀ ਕਰਨ ਵਾਲਾ, ਐਸੇ ਜਿਹੜੇ ਕੌਤਕ ਕਰਨ ਵਾਲਾ ਉਹ ਆਪ ਹੀ ਹੈ। ਨਾਨਕ ਠਾਕੁਰ ਅਗਮ ਅਪਾਰ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਦੂਸਰੇ ਪਦੇ ਦੀ ਸੰਪੂਰਨਤਾ ਕਰਦੇ ਹਨ। ਨਾਨਕ ਠਾਕੁਰ ਅਗਮ ਅਪਾਰ, ਉਹ ਪਰਮੇਸ਼ਰ ਵਾਹਿਗੁਰੂ ਠਾਕੁਰ ਜੋ ਉਤਪਤੀ ਪਾਲਣਾ ਤੇ ਲੈਤਾ ਕਰਨ ਵਾਲਾ ਹੈ। ਠਾਕੁਰ ਹਿੰਦੂ ਮਤ ਦੇ ਅੰਦਰ, ਸਨਾਤਨੀ ਮਤ ਦੇ ਅੰਦਰ ਇੱਕ ਮੂਰਤੀ ਨੂੰ ਮੰਨਦੇ, ਜਿਹਦੀ ਉਹ ਪੂਜਾ ਕਰਦੇ ਉਸ ਨੂੰ ਠਾਕੁਰ ਕਹਿੰਦੇ।
ਪਰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਅੰਦਰ ਠਾਕੁਰ ਹਮਰਾ ਸਦ ਬੋਲੰਤਾ, ਸਦਾ ਬੋਲਣ ਵਾਲਾ ਦੱਸਿਆ ਹੈ, ਜਿਹੜਾ ਉਤਪਤੀ ਵੀ ਕਰਦਾ ਹੈ, ਪਾਲਣਾ ਵੀ ਕਰਦਾ ਹੈ, ਲੈਤਾ ਵੀ ਕਰਦਾ ਹੈ, ਉਹ ਠਾਕੁਰ ਹੈ। ਉਹ ਸਤਿਗੁਰੂ ਜੀ ਕਹਿੰਦੇ ਅਗਮ ਅਪਾਰ, ਮਨ ਬੁੱਧੀ ਦੀ ਗਮਤਾ ਤੋਂ ਪਰੇ, ਇਹ ਸ੍ਰਿਸ਼ਟੀ ਦੇ ਪਾਰਾਵਾਰ ਤੋਂ ਰਹਿਤ ਹੈ। ਇਹ ਪਾਵਨ ਪਵਿੱਤਰ ਉਪਦੇਸ਼ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ 2 ਪਦਿਆਂ ਦੇ ਅੰਦਰ ਆਪਾਂ ਨੂੰ ਬਖਸ਼ਿਸ਼ ਕੀਤੇ ਹਨ, ਸ਼ਲੋਕ ਦੇ ਅੰਦਰ ਬਖਸ਼ਿਸ਼ ਕੀਤੇ ਹਨ। ਸੋ ਇਸ ਪ੍ਰਕਾਰ ਇੰਨੀਆਂ ਕੁ ਵਿਚਾਰਾਂ ਆਪ ਸੰਗਤ ਨੇ ਪ੍ਰਵਾਨ ਕਰਨੀਆਂ ਜੀ। ਭੁੱਲ ਚੁੱਕ ਦੀ ਮਾਫੀ। ਸੋ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ 2 ਪਦਿਆਂ ਦੁਆਰਾ ਜੋ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤੇ ਹਨ। ਸਾਧ ਸੰਗਤ ਜੀ, ਇਹ ਸੁਖਮਨੀ ਸਾਹਿਬ ਪਾਵਨ ਗੁਰਬਾਣੀ ਦਾ ਮਹਾਤਮ ਕੀ ਹੈ, ਇਸ ਦੀ ਮਹਿਮਾ ਕੀ ਹੈ, ਇਸ ਦੀ ਮਹਿਮਾ ਸਤਿਗੁਰਾਂ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਆਪ ਹੀ ਬਿਆਨ ਕੀਤੀ ਹੈ। ਜਿਹੜਾ ਸੁਖਮਨੀ ਸ਼ਬਦ ਹੈ ਇਹ ਪਾਵਨ ਗੁਰਬਾਣੀ ਦੇ ਵਿੱਚ 3 ਥਾਵਾਂ ਤੇ ਆਉਂਦਾ ਹੈ। ਜਦੋਂ ਆਪਾਂ ਬੜੇ ਧਿਆਨ ਦੇ ਨਾਲ ਇਸ ਪਾਵਨ ਬਾਣੀ ਦਾ ਪਾਠ ਕਰਾਂਗੇ ਤੇ ਸਤਿਗੁਰਾਂ ਦੇ ਬਚਨ ਆਉਂਦੇ ਹਨ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਸਤਿਗੁਰੂ ਜੀ ਕਹਿੰਦੇ ਇਸ ਪਾਵਨ ਬਾਣੀ ਦੇ ਪਾਠ ਦਾ, ਇਹਦੀ ਵਿਚਾਰ ਦਾ ਮਹਾਤਮ ਕੀ ਹੈ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਇਸ ਪਾਵਨ ਬਾਣੀ ਦੇ ਅੰਦਰ ਅੰਮ੍ਰਿਤ ਨਾਮ ਦਾ ਉਪਦੇਸ਼ ਤੈਨੂੰ ਪ੍ਰਾਪਤ ਹੋਏਗਾ ਤੇ ਉਸ ਨਾਮ ਦੇ ਵਿੱਚ ਹੀ ਸੁਖ ਹੈ। ਭਗਤ ਜਨਾ ਕੈ ਮਨ ਵਿਸਰਾਮ। ਸਤਿਗੁਰੂ ਜੀ ਕਹਿੰਦੇ ਇਸ ਪਾਵਨ ਬਾਣੀ ਨੂੰ ਪਾਠ ਕਰਕੇ ਤੇਰਾ ਕਿੰਨਾ ਵੀ ਮਨ ਦੁਖੀ ਹੋਵੇ, ਕਿੰਨਾ ਵੀ ਅਸ਼ਾਂਤ ਹੋਵੇ, ਪਰੇਸ਼ਾਨ ਹੋਵੇ, ਇਸ ਪਾਵਨ ਬਾਣੀ ਦਾ ਪਾਠ ਸ਼ਰਧਾ ਤੇ ਭਾਵਨਾ ਨਾਲ ਕਰ ਲਈ, ਤੇਰਾ ਭੱਜਦਾ ਦੌੜਦਾ ਮਨ ਟਿਕ ਜਾਏਗਾ। ਕਿਉਂਕਿ ਜਦੋਂ ਕੋਈ ਪ੍ਰਭੂ ਪਰਮੇਸ਼ਰ ਦੇ ਮਾਰਗ ਤੇ ਚੱਲਦਾ ਹੈ ਤੇ ਉਹਦੇ ਸਾਹਮਣੇ ਸਭ ਤੋਂ ਪਹਿਲਾ ਸਵਾਲ ਇਹ ਹੁੰਦਾ ਹੈ, ਮਨ ਨਹੀਂ ਟਿਕਦਾ, ਮਨ ਨਹੀਂ ਖੜਦਾ। ਜਿਵੇਂ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਸਿੱਖ ਸੰਗਤਾਂ ਚੱਲ ਕੇ ਆਉਂਦੀਆਂ ਸਨ ਦੂਰੋਂ ਦੂਰੋਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ। ਉੱਥੇ ਸਤਿਗੁਰਾਂ ਦੇ ਪਾਸ ਸੰਗਤ ਆਈ ਔਰ ਉਸਨੇ ਸੰਗਤ ਦੇ ਵਿੱਚੋਂ ਕਿਸੇ ਜਿਗਿਆਸੂ ਨੇ ਸਵਾਲ ਕੀਤਾ। ਕਹਿਣ ਲੱਗਿਆ, ਮਹਾਰਾਜ ਨਾਮ ਤੇ ਜਪਦੇ ਹਾਂ, ਬਾਣੀ ਤੇ ਪੜ੍ਹਦੇ ਹਾਂ, ਪਰ ਮਨ ਨਹੀਂ ਟਿਕਦਾ। ਮਨ ਜਿਹੜਾ ਹੈ ਨਾ ਉਹ ਸ਼ਬਦ ਦੇ ਵਿੱਚ ਲੱਗਦਾ ਨਹੀਂ ਹੈ। ਇਹ ਫੁਰਨਿਆਂ ਦੇ ਵਿੱਚ, ਸੰਕਲਪਾਂ ਦੇ ਵਿੱਚ ਭੱਜਦਾ ਦੌੜਦਾ ਹੀ ਰਹਿੰਦਾ ਹੈ। ਸਤਿਗੁਰੂ ਜੀ ਕਹਿਣ ਲੱਗੇ, ਸਿੱਖੋ, ਜਦੋਂ ਤੁਸੀਂ ਇਸ ਨਾਮ ਤੇ ਬਾਣੀ ਦੇ ਨਾਲ ਨਹੀਂ ਸੀ ਜੁੜੇ, ਸੰਗਤ ਨਹੀਂ ਸੀ ਕਰਦੇ, ਗੁਰੂ ਦੇ ਨਾਲ ਤੁਹਾਡਾ ਨਾਤਾ ਨਹੀਂ ਸੀ ਜੁੜਿਆ, ਉਦੋਂ ਤੁਹਾਨੂੰ ਮਨ ਬਾਰੇ ਪਤਾ ਸੀ ਵੀ ਮਨ ਕੀ ਚੀਜ਼ ਹੁੰਦੀ ਹੈ। ਕਹਿਣ ਲੱਗੇ, ਮਹਾਰਾਜ ਨਹੀਂ, ਮਨ ਦਾ ਤੇ ਪਤਾ ਹੀ ਨਹੀਂ ਸੀ ਵੀ ਕੀ ਹੁੰਦਾ ਹੈ। ਸਤਿਗੁਰੂ ਜੀ ਕਹਿੰਦੇ, ਜਦੋਂ ਤੁਹਾਨੂੰ ਇਹ ਪਤਾ ਲੱਗਣ ਲੱਗ ਗਿਆ ਨਾ ਵੀ ਮਨ ਨਹੀਂ ਖੜਦਾ, ਮਨ ਨਹੀਂ ਟਿਕਦਾ, ਤੇ ਸਮਝ ਲਓ ਗੁਰੂ ਦੀ ਕਿਰਪਾ ਹੋ ਗਈ ਹੈ, ਗੁਰੂ ਦੀ ਕਲਾ ਵਰਤ ਗਈ ਹੈ। ਕਿਉਂਕਿ ਸੰਸਾਰ ਦੇ ਅੰਦਰ ਐਸੀ ਬੇਅੰਤ ਜੀਵ ਹਨ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਮਨ ਵੀ ਕੋਈ ਚੀਜ਼ ਹੈ। ਟਿਕਾਉਣਾ ਤੇ ਅੱਗੇ ਦੀ ਗੱਲ ਹੈ। ਇਸ ਕਰਕੇ ਸਭ ਤੋਂ ਪਹਿਲਾਂ ਜੇ ਸਾਨੂੰ ਇਹੀ ਪਤਾ ਚੱਲ ਜਾਏ ਨਾ ਵੀ ਸਾਡਾ ਮਨ ਨਹੀਂ ਟਿਕਦਾ, ਤੇ ਸਮਝੋ ਗੁਰੂ ਦੀ ਕਿਰਪਾ ਹੈ ਸਾਡੇ ਤੇ। ਇਸ ਕਰਕੇ ਨਾਮ ਤੇ ਬਾਣੀ ਦੇ ਆਸਰੇ ਸਤਿਗੁਰੂ ਜੀ ਕਹਿੰਦੇ ਇਸ ਨੂੰ ਟਿਕਾਉਣ ਦੇ ਵਿੱਚ ਯਤਨਸ਼ੀਲ ਹੁੰਦੇ ਰਹਿਣਾ ਚਾਹੀਦਾ। ਹਰ ਸਮੇਂ ਇਹਦੇ ਤੇ ਪਹਿਰਾ ਰੱਖਣਾ ਸ਼ਬਦ ਦਾ, ਹਰ ਸਮੇਂ ਹੀ ਨਾਮ ਤੇ ਬਾਣੀ ਦਾ ਓਟ ਆਸਰਾ ਲੈਂਦੇ ਰਹਿਣਾ ਚਾਹੀਦਾ। ਇਸ ਕਰਕੇ ਕਿਸੇ ਵਿਦਵਾਨ ਨੇ ਬੜੇ ਸੁੰਦਰ ਬਚਨ ਕਹੇ ਹਨ। ਉਸਨੇ ਮਨ ਦੀ ਹਾਲਤ ਦੱਸੀ ਹੈ ਕਿ ਮਨ ਕੈਸਾ ਹੈ। ਉਸਨੇ ਬਚਨ ਲਿਖੇ ਹਨ, ਚਲ ਦਲ ਪੱਤਰ ਪਤਾਕ ਪਟ, ਦਾਮਣ ਕੱਛਪ ਮਾਥ, ਭੂਤ ਦੀਪ ਦੀਪਕ ਸਿਖਾ, ਜੋ ਮਨ ਵਿਰਤ ਅਨਾਥ। ਨਾਥਪੁਰੀ ਮਹਾਤਮਾ ਨੇ ਬਚਨ ਕਹੇ ਹਨ ਕਿ ਮਨ ਕੈਸਾ ਹੈ, ਚਲ ਦਲ ਪੱਤਰ। ਜਿਵੇਂ ਕਿਸੇ ਆਪਾਂ ਪਿੱਪਲ ਦੇ ਰੁੱਖ ਨੂੰ ਦੇਖਦੇ ਹਾਂ ਤੇ ਉਹਦਾ ਜਿਹੜਾ ਪੱਤਾ ਹੁੰਦਾ ਹੈ ਜਾਂ ਕਿਸੇ ਵੀ ਰੁੱਖ ਦੇ ਪੱਤੇ ਹਨ ਉਹ ਹਿਲਦੇ ਰਹਿੰਦੇ ਆ, ਬਿਨਾਂ ਹਵਾ ਤੋਂ ਵੀ ਉਹਨਾਂ ਦੇ ਵਿੱਚ ਹਰਕਤ ਹੁੰਦੀ ਰਹਿੰਦੀ ਹੈ। ਸਾਡੇ ਮਨ ਦੀ ਹਾਲਤ ਹੈ। ਚਾਹੇ ਆਪਾਂ ਬੜਾ ਚੁੱਪ ਕਰਕੇ ਬੈਠੇ ਹਾਂ, ਅੰਦਰ ਬੈਠੇ ਹਾਂ, ਬਾਣੀ ਪੜ੍ਹ ਰਹੇ ਹਾਂ, ਪਰ ਇਹ ਫੇਰ ਵੀ ਤੁਰਿਆ ਹੀ ਫਿਰਦਾ, ਇਹ ਖਟਦਾ ਨਹੀਂ ਹੈ।
ਇਸੇ ਪ੍ਰਕਾਰ ਹੀ ਪਤਾਕ ਪਟ ਜਿਹੜਾ ਝੰਡਾ ਹੈ ਉਸ ਦਾ ਫਰਲਾ ਆਪਾਂ ਦੇਖਦੇ ਹਾਂ ਉਹ ਵੀ ਹਿਲਦਾ ਰਹਿੰਦਾ ਹੈ। ਇਹ ਸਾਡੇ ਮਨ ਦੀ ਅਵਸਥਾ ਹੈ। ਇਸੇ ਪ੍ਰਕਾਰ ਦਾਮਨ ਜਿਹੜੀ ਆਕਾਸ਼ ਦੇ ਵਿੱਚ ਬਿਜਲੀ ਲਿਸ਼ਕਦੀ ਹੈ ਉਸ ਦੀ ਕਿੱਡੀ ਚੰਚਲਤਾ ਹੈ। ਇਸੇ ਪ੍ਰਕਾਰ ਹੀ ਭੂਤ ਦੀਪ ਦੀਪਕ ਸਿਖਾ। ਇਸੇ ਪ੍ਰਕਾਰ ਜਿਹੜੀ ਦੀਵੇ ਦੀ ਲਾਟ ਹੈ, ਦੀਵਾ ਮੱਚਦਾ ਹੋਵੇ ਉਹਦੀ ਲਾਟ ਕਦੇ ਸਿੱਧੀ ਨਹੀਂ ਰਹਿੰਦੀ, ਉਹਦੇ ਵਿੱਚ ਹਰਕਤ ਹੁੰਦੀ ਹੈ, ਹਿਲਦੀ ਰਹਿੰਦੀ ਹੈ। ਜਿਉ ਮਨ ਵਿਰਤ ਅਨਾਥ। ਅਨਾਥਪੁਰੀ ਮਹਾਤਮਾ ਜੀ ਕਹਿੰਦੇ ਹਨ ਇਹ ਸਾਡੇ ਮਨ ਦੀ ਅਵਸਥਾ ਹੈ। ਇਸ ਕਰਕੇ ਜੇ ਐਸੇ ਮਨ ਨੂੰ ਟਿਕਾਉਣਾ ਹੈ ਤੇ ਫਿਰ ਗੁਰੂ ਦਾ ਆਸਰਾ ਲਈਏ, ਗੁਰੂ ਦੀ ਓਟ ਗ੍ਰਹਿਣ ਕਰੀਏ। ਕਿਉਂਕਿ ਸਤਿਗੁਰਾਂ ਦੀ ਪਾਵਨ ਬਾਣੀ ਦੇ ਬਚਨ ਆਉਂਦੇ ਹਨ, ਮਨ ਵਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ। ਹੁਣ ਗੁਰੂ ਦੀ ਪੂਰਨ ਕਿਰਪਾ ਕਿਵੇਂ ਹੋ ਸਕਦੀ ਹੈ? ਉਹਦੇ ਵਾਸਤੇ ਗੁਰੂ ਘਰ ਦੀ ਸੇਵਾ ਹੈ, ਸਿਮਰਨ ਹੈ, ਬਾਣੀ ਹੈ, ਕੀਰਤਨ ਹੈ। ਮਨ ਜਿਹੜਾ ਹੈ ਇਸ ਨੂੰ ਕੀਰਤਨ ਸੁਣਨ ਵਾਲੇ ਪਾਸੇ ਲਾਓ, ਉਧਰੋਂ ਹਟਦਾ ਹੈ ਬਾਣੀ ਪੜ੍ਹਨ ਵਾਲੇ ਪਾਸੇ ਲਾਓ, ਇਧਰੋਂ ਹਟਦਾ ਹੈ ਸੇਵਾ ਵਾਲੇ ਪਾਸੇ ਲਾਓ। ਇਸ ਕਰਕੇ ਇਹ ਮਨ ਦੇ ਉੱਤੇ ਤੇ ਹਰ ਸਮੇਂ ਹੀ ਪਹਿਰਾ ਦੇਣਾ ਹੈ। ਜੇ ਇਹ ਪਰਮੇਸ਼ਰ ਦੇ ਨਾਮ ਦੇ ਮਾਰਗ ਤੇ ਕੁਛ ਨਾ ਕੁਛ ਆਪਣੇ ਜੀਵਨ ਦੇ ਵਿੱਚ ਰਸ ਪ੍ਰਾਪਤ ਕਰਨਾ ਹੈ। ਸੋ ਇਸ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਪ੍ਰਕਾਰ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੀ ਇਹ ਸੁਖਮਨੀ ਸਾਹਿਬ ਦੀ ਵਿਚਾਰ ਚੱਲ ਰਹੀ ਹੈ। ਸੋ ਆਪਣੇ ਕੋਲ ਬਹੁਤ ਹੀ ਸਤਿਕਾਰਯੋਗ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਤੋਂ ਹਜ਼ੂਰੀ ਰਾਗੀ ਸਾਹਿਬਾਨ ਉਹ ਪਹੁੰਚ ਚੁੱਕੇ ਹਨ। ਉਹਨਾਂ ਪਾਸੋਂ ਆਪਾਂ ਗੁਰਬਾਣੀ ਦਾ ਹਰ ਜਸ ਕੀਰਤਨ ਸਰਵਣ ਕਰਨਾ ਹੈ। ਸੋ ਇੱਥੇ ਹੀ ਵਿਚਾਰਾਂ ਦੀ ਸੰਪੂਰਨਤਾ ਹੈ, ਕਿਉਂਕਿ ਅੱਗੇ ਵਿਚਾਰ ਜੇ ਆਪਾਂ ਆਰੰਭ ਕਰ ਲਈ ਤੇ ਫਿਰ ਸਮਾਂ ਜ਼ਿਆਦਾ ਹੋ ਜਾਏਗਾ। ਸੋ ਇਸ ਕਰਕੇ ਸਤਿਗੁਰੂ ਜੀ ਕਿਰਪਾ ਕਰਨ, ਇੰਨੀਆਂ ਕੁ ਵਿਚਾਰਾਂ ਆਪ ਸੰਗਤ ਨੇ ਪ੍ਰਵਾਨ ਕਰਨੀਆਂ ਜੀ। ਭੁੱਲ ਚੁੱਕ ਦੀ ਮਾਫੀ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਆਪਨ ਚਲਤ ਆਪ ਕਰਨੈ ਹਾਰ, ਨਾਨਕ ਠਾਕੁਰ ਅਗਮ ਅਪਾਰ। ਵਾਹਿਗੁਰੂ ਜੀ ਕਾ ਖਾਲਸਾ